ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 8ਵੀਂ ਪਾਠ ਦੂਜਾ। ਪਹਿਲਾਂ ਆਪਾਂ ਸ਼ਲੋਕ ਦੇ ਨਾਲ ਇੱਕ ਪਦਾ ਵਿਚਾਰਿਆ ਸੀ ਭਾਈ। ਇਹ ਦੋ ਹੀ ਪੱਖ ਆਪਾਂ ਵਿਚਾਰਨੇ ਨੇ। ਇੱਕ ਝੂਠ ਹੈ, ਇੱਕ ਸੱਚ ਹੈ। ਝੂਠ ਕੀ ਹੈ? ਸੰਸਾਰ ਜੋ ਉਪਜਿਆ ਸੋ ਬਿਨਸੈ ਪਰੋ ਆਜ ਕੇ ਕਾਲ। ਸੱਚ ਕੀ ਹੈ? ਸੱਚ ਪੁਰਾਣਾ ਹੋਵੇ ਨਹੀਂ, ਸੱਚ ਹਮੇਸ਼ਾ ਰਹਿੰਦਾ ਹੈ। ਉਹ ਕੀ? ਸੱਚਖੰਡ। ਉਹ ਕੀ ਹੈ? ਜੋਤ, ਨੂਰ ਕਹਿ ਲਈਏ, ਬੁੱਧੀ ਕਹਿ ਲਈਏ, ਗੁਰ ਕੀ ਮਤ ਕਹਿ ਲਈਏ। ਆਤਮ ਗਿਆਨ ਹੋਣਾ ਆਪਾਂ ਨੂੰ ਹੋਣਾ। ਬ੍ਰਹਮ ਗਿਆਨ ਤੋਂ ਭਾਵ ਆਤਮ ਗਿਆਨ ਕਿਹਨਾਂ ਨੂੰ ਹੋਣਾ ਵਾ? ਜਿਹੜੇ ਗੁਰਸਿੱਖ ਗੁਰੂ ਭਗਤਾਂ ਦੇ ਦਰਸਾਏ ਮਾਰਗ 'ਤੇ ਚੱਲਣਗੇ, ਬਾਣੀ ਨੂੰ ਸੱਤ ਕਰਕੇ ਮੰਨਣਗੇ, ਉਹਨਾਂ ਨੂੰ ਇਹ ਪ੍ਰਾਪਤੀ ਹੋਣੀ ਹੈ। ਕੋਈ ਵੀ ਹੋ ਸਕਦਾ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਈ। ਗਤੀ ਆਤਮਾ ਦੀ ਹੋਣੀ ਹੈ ਭਾਈ, ਅਸੀਂ ਸਰੀਰ ਦੀ ਕਰੀ ਜਾਂਦੇ ਹਾਂ। ਇੱਥੋਂ ਤਾਂ ਅਸੀਂ ਕੁਰਾਹੇ ਪੈ ਗਏ। ਇਹ ਦੋ ਹੀ ਪੱਖ ਵਿਚਾਰਨੇ ਨੇ ਆਪਾਂ ਨੂੰ। ਪਹਿਲਾਂ ਸਵਾਲ ਹੈ, ਫਿਰ ਜਵਾਬ ਹੈ। ਐਸਾ ਕੋਈ ਧਰਮ ਗ੍ਰੰਥ ਨਹੀਂ ਸੰਸਾਰ ਦੇ ਵਿੱਚ ਜਿਹੜਾ ਸਾਨੂੰ ਸਵਾਲ ਦੇ ਨਾਲ ਜਵਾਬ ਵੀ ਦੇਵੇ। ਇਹ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਹੈ ਜੋ ਲੋਕ ਤੋਂ ਪਰਲੋਕ ਤੱਕ ਸਾਨੂੰ ਮਾਇਆ ਚੋਂ ਕੱਢ ਕੇ ਦੁੱਖ ਸਾਗਰ ਚੋਂ ਸੁੱਖ ਸਾਗਰ 'ਚ ਲੈ ਜਾਂਦਾ ਵਾ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਉਹੀ ਸਤਿਗੁਰਾਂ ਨੇ ਸਮਝਾਇਆ, ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਪੇਖੇ ਇਕਸ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇੱਕ ਹੁੰਦਾ ਦੇਖਣਾ ਭਾਈ, ਇੱਕ ਹੁੰਦਾ ਪੇਖਣਾ। ਪੇਖਣਾ ਹੁੰਦਾ ਬੁੱਧੀ ਦੀ ਦ੍ਰਿਸ਼ਟੀ ਨਾਲ। ਜਿੰਨੀ ਕਿਸੇ ਨੂੰ ਬੁੱਧੀ ਹੁੰਦੀ ਹੈ ਉਹਨਾਂ ਕੋ ਦਾ ਸੂਝਵਾਨ ਹੁੰਦਾ, ਉਹਨਾਂ ਕੋ ਦਾ ਗਿਆਨ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ। ਇੱਥੇ ਜਿਹੜੀ ਆਪਾਂ ਨੂੰ ਦ੍ਰਿਸ਼ਟੀ ਮਿਲਣੀ, ਇਹੀ ਤਾਂ ਕਿਰਪਾ ਰਹਿਮਤ ਲੈਣੀ ਹੈ। ਸਤਿਗੁਰਾਂ ਦੇ ਆਪਾਂ ਵਚਨ ਲਈਏ, ਆਨੰਦ ਸਾਹਿਬ ਦੇ। ਸਤਿਗੁਰ ਸਮਝਾਉਂਦੇ ਆ, ਇਹ ਨੇਤਰ ਅੰਧ ਥੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟੀ। ਸੱਤ ਦਾ ਗਿਆਨ, ਸਤਿਗੁਰ ਦੀ ਪ੍ਰਾਪਤੀ, ਇਹ ਦਿਵ ਦ੍ਰਿਸ਼ਟੀ ਹੈ। ਇਹਦੇ ਨਾਲ ਆਪਾਂ ਜਿਹੜਾ ਹੈਗਾ ਨਿਰਾਕਾਰ ਤੋਂ ਭਾਵ ਆਕਾਰ ਤੋਂ ਰਹਿਤ, ਜਿਹਦਾ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਜਿਵੇਂ ਜਿਵੇਂ ਆਈ ਹੈ ਉਵੇਂ ਉਵੇਂ ਆਪਾਂ ਹੁਣ ਜਾਣਾ ਵਾ। ਉਹਨੂੰ ਬਾਣੀ ਵਿੱਚ ਆਤਮ ਗਿਆਨ ਕਿਹਾ ਹੈਗਾ, ਬ੍ਰਹਮ ਗਿਆਨ ਕਹਿ ਲਓ। ਬ੍ਰਹਮ 'ਚ ਲੀਨ ਹੋਣਾ ਆਪਾਂ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ, ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਦੁਵਿਧਾ ਜਿਹੜੀ ਸੰਸਾਰ, ਚਿੰਤਾ, ਜੰਮਣ ਮਰਨ, ਆਉਣਾ ਜਾਣਾ ਸਭ ਖਤਮ ਹੋ ਜਾਂਦਾ। ਕਿਹਨਾਂ ਦਾ? ਨਾਨਕੇ ਲੱਛਣ ਬ੍ਰਹਮ ਗਿਆਨੀ ਹੋਈ। ਜਿਨ੍ਹਾਂ ਦੀ ਇਹ ਅਵਸਥਾ ਹੁੰਦੀ ਹੈ, ਜਿਨ੍ਹਾਂ ਦੇ ਮੁਖ ਚੋਂ ਸੱਚ ਉਚਰਦਾ ਹੈ, ਸੱਚ ਨਾਲ ਜੋੜਦੇ ਨੇ। ਪਹਿਲਾਂ ਤਾਂ ਆਪ ਸੱਚ ਦੀ ਪ੍ਰਾਪਤੀ ਕਰਦੇ ਨੇ। ਆਪ ਜਪੇ ਅਵਰੇ ਨਾਮ 'ਚ ਪਾਵੇ ਤੋਂ ਵੀ ਇਹੀ ਭਾਵ ਹੈ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਇਸ ਲੋਕ ਦੇ ਨਾਲ ਆਪਾਂ ਇੱਕ ਪਦਾ ਵਿਚਾਰਿਆ। ਹੁਣ ਆਪਾਂ ਦੂਏ ਪਦੇ ਦੀ ਵਿਚਾਰ ਸ਼ੁਰੂ ਕਰਦੇ ਹਾਂ। ਪਰ ਇਹ ਅਵਸਥਾ ਵਾਲੇ ਜਿਹੜੇ ਹੁੰਦੇ ਨੇ ਗੁਰਸਿੱਖ, ਕੋਈ ਵੀ ਹੋ ਸਕਦਾ ਵਾ। ਭਗਤ ਕਬੀਰ ਜੀ ਦਾ ਆਪਾਂ ਸ਼ਲੋਕ ਲਈਏ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਲੋਗਾ ਭਰਮ ਨਾ ਭੂਲੋ ਪਾਈ, ਭਰਮ ਨਾ ਭੂਲੋ ਪਾਈ, ਖਾਲਕ ਖਲਕ ਖਲਕ ਮੇ ਖਾਲਕ, ਪੂਰ ਰਿਓ ਸਭ ਠਾਈ। ਸਤਿਗੁਰ ਸਮਝਾਉਂਦੇ ਨੇ ਭਾਈ ਭਗਤ ਕਬੀਰ ਜੀ, ਅਸੀਂ ਭਰਮ 'ਚ ਇੱਕ ਦੂਏ ਦਾ ਵਿਰੋਧ ਕਰੀ ਜਾ ਰਹੇ ਹਾਂ। ਸਾਨੂੰ ਗਿਆਨ ਨਹੀਂ ਹੈਗਾ। ਭਰਮ ਕੀ ਹੁੰਦਾ ਹੈ? ਹਨੇਰਾ। ਸਾਡੇ ਅੰਦਰ ਹਨੇਰਾ। ਬਾਣੀ ਕੀ ਹੈ? ਗੁਰਬਾਣੀ, ਇਸ ਜਗ ਮੇ ਚਾਨਣ ਕਰਮ ਵਸੇ ਮਨ ਆਏ। ਕਿਰਪਾ ਨਾਲ ਸਾਡੇ ਅੰਦਰ ਵਸਣੀ ਹੈ। ਇਹੀ ਤਾਂ ਕਿਰਪਾ ਲੈਣੀ ਹੈ ਆਪਾਂ। ਇਹ ਪ੍ਰਕਾਸ਼ ਰੂਪ ਹੈ। ਜਿਹੜਾ ਸੰਸਾਰੀ ਸਾਨੂੰ ਦਿਖਦਾ ਹੈ ਪ੍ਰਕਾਸ਼ ਹੈ, ਉਹ ਪ੍ਰਕਾਸ਼ ਹੈ। ਉਹ ਜਾਂਦਾ ਨਹੀਂ, ਇਸ ਦੀ ਵੀ ਰਹਿਣ ਵਾਲਾ ਨਹੀਂ। ਇਹ ਝੂਠ ਹੈ। ਮਰ ਲਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਏ। ਉਹੀ ਭਗਤ ਜੀ ਸਮਝਾਉਂਦੇ ਨੇ, ਲੋਗਾ ਭਰਮ ਨਾ ਭੁੱਲੋ ਪਾਈ। ਭਰਮ ਦੇ ਵਿੱਚ ਕਿਉਂ ਭੁੱਲਦੇ ਹਾਂ ਅਸੀਂ? ਕਿਵੇਂ ਭਰਮ ਜਾਊ ਸਾਡਾ? ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ, ਗੁਰ ਪ੍ਰਸਾਦ ਭਰਮ ਕਾ ਨਾਸ। ਸਾਡੇ ਭਰਮ ਦਾ ਨਾਸ ਕਿਵੇਂ ਹੋਊਗਾ? ਗੁਰ ਪ੍ਰਸਾਦ। ਗੁਰ ਪ੍ਰਸਾਦ ਤੋਂ ਭਾਵ ਗੁਰਦੇਵ ਦੀ ਬਾਣੀ ਹੈ। ਇਹ ਸਤਿਗੁਰ ਦੀ ਬਾਣੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖ। ਉਹ ਗੁਰਸਿੱਖ ਨੇ ਜਿਹੜੇ ਗੁਰੂ ਦਾ ਗਿਆਨ ਲੈ ਰਹੇ ਨੇ, ਜਿਹੜੇ ਉਹਦੇ ਭਾਣੇ ਚੱਲ ਰਹੇ ਨੇ। ਇਹਦੇ ਨਾਲ ਸਾਡਾ ਭਰਮ ਜਾਊਗਾ। ਅੱਗੇ ਭਗਤ ਜੀ ਕੀ ਸਮਝਾਉਂਦੇ? ਸਭ ਮੇ ਸਾਚਾ ਏਕੋ ਸੋਈ, ਤਿਸਕਾ ਕੀਆ ਸਭ ਕੇ ਸੋਈ। ਜਦੋਂ ਉਹਦਾ ਹੀ ਸਾਰਾ ਕੁਛ ਕਰਿਆ ਹੁੰਦਾ ਤੇ ਸਾਡਾ ਕਿਵੇਂ ਕਰਿਆ ਹੁੰਦਾ? ਉਹ ਸਾਡਾ ਕਾਲਪਨਿਕ ਹੁਕਮ ਹੈ। ਉਹਦੀ ਤਾਂ ਸਮਾਪਤੀ ਕਰਨੀ ਹੈ ਆਪਾਂ। ਉਹੀ ਤਾਂ ਜੰਮਣ ਮਰਨਾ ਸਾਡਾ। ਜੇ ਸਾਡਾ ਕਰਿਆ ਹੀ ਸਾਰਾ ਕੁਛ ਹੁੰਦਾ, ਫਿਰ ਹੁਕਮ ਤੋਂ ਕੀ ਲੈਣਾ? ਇਹ ਸਾਰਾ ਕੁਛ ਹੁਕਮ 'ਚ ਹੋ ਰਿਹਾ ਵਾ, ਪਰ ਮਨ ਨੂੰ ਮਨਾਉਣਾ ਵਾ। ਹੁਕਮ ਕੀ ਹੈ? ਨਾਮ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਨਾਮ ਨੇ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨੇ ਸਮਾਪਤ ਹੁੰਦੀ ਹੈ। ਨਾਮ ਕੇ ਤਾਰੇ ਸਗਲੇ ਜੰਤ,
ਨਾਮ ਕੇ ਧਾਰੇ ਖੰਡ ਬ੍ਰਹਿਮਣ, ਸਾਰੇ ਹੀ ਬੰਨ ਕੇ ਰੱਖਿਆ ਹੁਕਮ ਨੇ। ਉਹੀ ਭਗਤ ਜੀ ਸਮਝਾਉਂਦੇ ਨੇ, ਸਭ ਮੇਂ ਸਾਚਾ ਏਕੋ ਸੋਈ, ਤਿਸਕਾ ਕੀਆ ਸਭ ਕੇ ਸੋਈ। ਹੁਕਮ ਪਛਾਣੇ ਏਕੋ ਜਾਣੇ, ਬੰਦਾ ਕਹੀਏ ਸੋਈ। ਸਤਿਗੁਰ ਸਮਝਾਉਂਦੇ ਨੇ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਉਹੀ ਤਾਂ ਸੇਵਕ ਨੇ, ਉਹੀ ਤਾਂ ਗੁਰਸਿੱਖ ਨੇ। ਉਹਨਾਂ ਦੇ ਅੰਦਰੋਂ ਸੱਚ ਵੀ ਪ੍ਰਗਟ ਹੁੰਦਾ ਵਾ, ਝੂਠ ਦੀ ਸਮਾਪਤੀ ਹੋ ਜਾਂਦੀ ਹੈ। ਝੂਠ ਕੀ ਹੈ? ਸਾਡਾ ਹੁਕਮ ਜਿਹੜਾ ਕਾਲਪਨਿਕ ਹੈ। ਮਨ ਦੀਆਂ ਇੱਛਾ ਖਤਮ ਹੋ ਜਾਂਦੀਆਂ ਨੇ, ਕਾਲ ਤੋਂ ਮੁਕਤ ਹੋ ਜਾਂਦਾ ਵਾ। ਇਹੀ ਤਾਂ ਆਪਾਂ ਪ੍ਰਾਪਤੀ ਕਰਨੀ ਹੈ। ਅੱਗੇ ਭਗਤ ਜੀ ਕੀ ਸਮਝਾਉਂਦੇ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੇ। ਸਭ ਕੁਛ ਬਣਾਇਆ ਉਹਨੇ ਭਾਈ, ਅਨੇਕਾਂ ਰੂਪ ਘੜੇ ਨੇ ਮਾਇਆ ਦੇ। ਆਪ ਇੱਕ ਰੰਗ ਰਹਿੰਦਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਜਦੋਂ ਮਨ ਬੁੱਧੀ ਨੂੰ ਗਿਆਨ ਹੋ ਜਾਂਦਾ, ਸੂਝਵਾਨ ਹੋ ਜਾਂਦੇ ਨੇ, ਫਿਰ ਮਨ ਭਾਣੇ ਚ ਆਉਂਦਾ, ਫਿਰ ਇਹ ਆਪਦੇ ਘਰ ਨੂੰ ਜਾਂਦੇ ਹਨ, ਜਿਹਨੂੰ ਬਾਣੀ ਵਿੱਚ ਦੇਵ ਲੋਕ ਕਿਹਾ ਹੈ। ਉਹੀ ਭਗਤ ਜੀ ਆਪਾਂ ਨੂੰ ਸਮਝਾ ਰਹੇ ਨੇ। ਅੱਗੇ ਕੀ ਸਮਝਾਉਂਦੇ ਆ ਭਗਤ ਜੀ, ਅੱਲੋ ਅਲਖ ਨ ਜਾਈ ਲਖਿਆ, ਗੁਰਗੁੜ ਦੀਨਾ ਮੀਠਾ, ਕਹੋ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਜਿਹੜਾ ਸਰਬ ਨਿਰੰਜਨ ਨਿਰਾਕਾਰ ਨਿਰੰਕਾਰ ਉਹ ਸ਼ਕਤੀ ਆਕਾਰ ਤੋਂ ਰਹਿਤ ਆਪਾਂ ਨੂੰ ਅੱਖਾਂ ਨੂੰ ਨਹੀਂ ਦਿੰਦਾ, ਉਹਦਾ ਪਹਿਲਾਂ ਸਾਨੂੰ ਗਿਆਨ ਹੁੰਦਾ। ਇਹੀ ਤਾਂ ਮਿੱਠਾ ਗਿਆਨ ਹੈ। ਰੱਬ ਖਜੂਰਾਂ ਪੱਕੀਆਂ ਤੋਂ ਭਾਵ ਵੀ ਇਹੀ ਹੈ। ਇਹ ਐਸਾ ਮਿੱਠਾ ਅੰਮ੍ਰਿਤ ਹੈ ਬਾਣੀ ਗਿਆਨ, ਇਹ ਆਤਮਾ ਦੀ ਖੁਰਾਕ ਹੈ। ਇਹ ਤੋਂ ਬਿਨਾਂ ਹੀ ਆਪਾਂ ਨੂੰ ਦੁੱਖ ਝੱਲਣੇ ਪੈਂਦੇ ਆ। ਅਸੀਂ ਮੰਗਦੇ ਕੀ ਹੈ? ਮਾਇਆ। ਉਹ ਤਾਂ ਸਤਿਗੁਰਾਂ ਦੇ ਵਚਨ ਆਪਾਂ ਭੁੱਲ ਗਏ, ਫਿਰ ਪੜ੍ਹਦੇ ਵੀ ਹਾਂ ਰੋਜ਼ ਪਰ ਉਹਨੂੰ ਵਿਚਾਰਦੇ ਨਹੀਂ ਹੈਗੇ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਏ ਉਤਰੀ ਮਨ ਕੀ ਭੁੱਖ। ਮਨ ਦੀ ਭੁੱਖ ਤਾਂ ਨਾਮ ਹੈ, ਦੇ ਨਾਮ ਸੰਤੋਖੀਏ, ਉਹਦੇ ਨਾਲ ਮਨ ਨੂੰ ਸੰਤੋਖ ਆਉਣਾ। ਉਹੀ ਤਾਂ ਮਨ ਦੀ ਭੁੱਖ ਹੈ ਜਿਹੜੀ ਅਸੀਂ ਬਾਹਰ ਲੰਗਰ ਲਾਉਂਦੇ ਜਾਂ ਭੰਡਾਰੇ ਕਰਦੇ ਹਾਂ। ਉਹ ਤਾਂ ਸਰੀਰ ਦੀ ਖੁਰਾਕ ਹੈ, ਸਰੀਰ ਦੇ ਕਰਮ ਧਰਮ ਨੇ ਸਾਰੇ। ਉਹ ਜੋ ਕੀ ਮਿਲਿਆ ਸਾਨੂੰ? ਹੰਕਾਰ ਹੀ ਮਿਲਿਆ। ਅਨਕ ਤਪੱਸਿਆ ਕਰੇ ਹੰਕਾਰ, ਗਿਆਨ ਤਾਂ ਪੈਦਾ ਨਹੀਂ ਹੋਇਆ, ਸਾਡਾ ਜੀਵਨ ਐਵੇਂ ਹੀ ਚੱਲਿਆ ਗਿਆ। ਉਹ ਅਵਸਥਾ ਵਾਲੇ ਭਾਣੇ 'ਚ ਰਹਿੰਦੇ ਨੇ, ਉਹਨਾਂ ਨੂੰ ਬ੍ਰਹਮ ਗਿਆਨ ਹੁੰਦਾ, ਆਤਮ ਗਿਆਨ ਹੁੰਦਾ। ਆਤਮ ਗਿਆਨ ਕੀ ਹੁੰਦਾ ਹੈ? ਕਿਵੇਂ ਜੀਵ ਆਉਂਦਾ, ਹੁਣ ਕਿਵੇਂ ਵਾਪਸ ਜਾਊਗਾ। ਇਹੀ ਤਾਂ ਕਿਰਪਾ ਰਹਿਮਤ ਲੈਣੀ ਸੀ। ਕਿਵੇਂ ਸਾਰਾ ਕੁਛ ਹੋ ਰਿਹਾ ਹੈ। ਇੱਕ ਧਰਤੀ ਦੇ ਵਿੱਚ ਕੋਲੇ ਖਰਬੂਜਾ ਮਿੱਠਾ ਵਾ, ਕੋਲੇ ਕੌੜ ਤੁੰਬਾ, ਉਹ ਕੌੜਾ ਕਿਉਂ ਆ? ਇੱਕ ਨਿੰਮ ਖੜੀ ਆ, ਉਹ ਕੌੜੀ ਹੈ, ਨਾਲ ਅੰਬ ਖੜਾ ਵਾ, ਕਿਉਂ ਆ? ਇਹੀ ਤਾਂ ਦੇਖਣ ਆਇਆ ਸੀ। ਇਹ ਕੌਣ ਕਰ ਰਿਹਾ ਸਾਰਾ ਕੁਛ? ਉਹ ਕੁਦਰਤ, ਨਾਮ ਭਾਵ ਹੁਕਮ, ਸਾਰਾ ਕੁਛ ਹੁਕਮ 'ਚ ਤਾਂ ਹੋ ਰਿਹਾ। ਉਹੀ ਤਾਂ ਦੇਖਣ ਆਇਆ ਸੀ। ਆਪਾਂ ਦੂਆ ਪਦਾ ਸ਼ੁਰੂ ਕਰੀਏ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਸਤਿਗੁਰੂ ਸਮਝਾਉਂਦੇ ਆ ਭਾਈ, ਬ੍ਰਹਮ ਗਿਆਨ ਨਿਰਮਲ ਤੋਂ ਭਾਵ ਮਾਇਆ ਤੋਂ ਪਾਰ ਇਹ ਗਿਆਨ ਹੈ, ਮਾਇਆ 'ਚ ਨਹੀਂ ਹੁੰਦਾ ਹੈ। ਇਹ ਤਿੰਨ ਲੋਕ ਪਾਰ ਕਰਨੇ ਆਪਾਂ। ਰਜਗੁਣ ਸਤਗੁਣ ਤਮਗੁਣ ਕਹੀਏ, ਇਹ ਸਭ ਤੇਰੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿੰਨ ਹੀ ਪਰਮ ਪਦ ਪਾਇਆ। ਚੌਥੇ ਜਾਣਾ ਆਪਾਂ, ਚੌਥਾ ਮਾਇਆ ਤੋਂ ਪਰੇ ਸਤਯੁਗ ਸੱਚਖੰਡ, ਜਿਹੜਾ ਸਾਡੇ ਸੰਸਾਰੀ ਜੀਵਾਂ ਦੀ ਪਕੜ 'ਚ ਨਹੀਂ ਹੁੰਦਾ। ਜੈਸੇ ਮੈਲ ਨਾ ਲਾਗੇ ਜਲਾ, ਇਹ ਐਸਾ ਗਿਆਨ ਆ, ਇਹਦੇ ਅੰਦਰ ਇੱਛਾ ਹੀ ਨਹੀਂ ਉੱਠਦੀ। ਜਿਹੜੇ ਇਹ ਗੁਰਸਿੱਖ ਮਾਰਗ 'ਤੇ ਚੱਲਦੇ ਨੇ, ਜਿਵੇਂ ਅਗਨੀ ਮਲੀਨਤਾ ਨੂੰ ਸਾੜ ਦਿੰਦੀ ਹੈ, ਮੈਲ ਨੂੰ ਸਾੜ ਦਿੰਦੀ ਹੈ, ਇਵੇਂ ਬ੍ਰਹਮ ਗਿਆਨ ਸਾਡੀ ਮਲੀਨਤਾ ਨੂੰ ਸਾੜ ਦਿੰਦਾ ਹੈ। ਸਾਡਾ ਜੀਵਨ ਸੁੰਦਰ ਹੋ ਜਾਂਦਾ ਹੈ। ਸਤਿਗੁਰਾਂ ਦੇ ਵਚਨ ਨੇ ਆਨੰਦ ਸਾਹਿਬ, ਮਨ ਧੋਵੋ ਗੁਰ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਹਰ ਆਪਦੇ ਮੂਲ ਨਾਲ ਜੁੜੇ ਰਹਿਣਾ ਭਾਈ। ਉਹ ਕਿਵੇਂ ਜੁੜਾਂਗੇ? ਗੁਰ ਸ਼ਬਦ ਦੇ ਗਿਆਨ ਨਾਲ, ਉਹਦੇ ਨਾਲ ਮਨ ਧੋਤਾ ਜਾਣਾ। ਗੁਣ ਗਾਵਤ ਤੇਰੀ ਉਤਰ ਸਮੈਲ, ਜਿਵੇਂ ਜਿਵੇਂ ਅਸੀਂ ਗੁਣ ਗਾਉਂਦੇ ਹਾਂ ਕੁਦਰਤ ਦੇ ਸਾਡਾ ਹੰਕਾਰ ਘਟ ਜਾਂਦਾ ਹੈ। ਸਾਨੂੰ ਸਮਝ ਆ ਜਾਂਦੀ ਹੈ ਐਡੀ ਸ਼ਕਤੀ ਦਾ ਅਸੀਂ ਵਿਰੋਧ ਕਰਦੇ ਰਹੇ। ਵਿਰੋਧ ਹੀ ਕਾਲ ਹੈ। ਵਧੀ ਵੱਜਕ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋਏ। ਸਾਰੀ ਸ੍ਰਿਸ਼ਟੀ ਹੁਕਮ ਦਾ ਟਕਰਾ ਕਰ ਰਹੀ ਹੈ, ਟਕਰਾ ਰਹੀ ਹੈ ਉਹਦੇ ਨਾਲ, ਵਿਰੋਧ ਕਰ ਰਹੇ ਹਾਂ ਅਸੀਂ। ਜੋ ਸੱਚ ਦਾ ਗਿਆਨ ਹੋ ਜਾਂਦਾ, ਉਹ ਗੁਰਸਿੱਖਾਂ ਨੂੰ ਕੋਈ ਵੀ ਹੋ ਸਕਦਾ, ਚੌਂ ਵਰਨ ਕੋ ਉਪਦੇਸ਼ ਸਾਂਝਾ, ਉਹਨਾਂ ਦਾ ਟਕਰਾਅ ਖਤਮ ਹੋ ਜਾਂਦਾ, ਜੰਮਣ ਮਰਨ ਖਤਮ ਹੋ ਜਾਂਦਾ, ਉਹ ਭਾਣੇ 'ਚ ਆ ਜਾਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬ੍ਰਹਮ ਗਿਆਨੀ ਕੇ ਮਨ ਹੋਈ ਪ੍ਰਗਾਸ਼, ਜੈਸੇ ਧਰੋ ਪ੍ਰਕਾਸ਼। ਜਿਵੇਂ ਧਰਤੀ ਔਰ ਆਕਾਸ਼ ਦੇ ਵਿਚਾਲੇ ਰੋਸ਼ਨੀ ਦੇਖਦੇ ਹਾਂ ਆਪਾਂ, ਮਨ ਬੁੱਧੀ ਦਾ ਐਡਾ ਦਾਇਰਾ ਹੋ ਜਾਂਦਾ, ਚਾਰ ਲੋਕਾਂ ਦਾ ਗਿਆਨ ਹੋ ਜਾਂਦਾ। ਰਵਿਦਾਸ ਜੀ ਦਾ ਆਪਾਂ ਸ਼ਬਦ ਲੈ ਲੈਂਦੇ ਹਾਂ, ਨਾਮ ਤੇਰੇ ਕੀ ਜੋਤ ਲਗਾਈ, ਪਇਓ ਉਜਿਆਰੋ ਸਗਲ ਭਵਨਾਰੇ। ਸਗਲ ਭਵਨ ਤੋਂ ਜਿੱਥੇ ਜਿੱਥੇ ਆਤਮਾ ਆਉਂਦੀ ਹੈ, ਚਾਰੇ ਖਾਣੀਆਂ ਉਹਦੀ ਸਾਰੀ ਖੇਲ ਸਮਝ ਆ ਜਾਂਦੀ, ਸਾਰਾ ਚਾਨਣ ਹੋ ਜਾਂਦਾ ਵਾ। ਇਹ ਐਸੀ ਨਾਮ ਦੀ ਜੋਤ ਹੈ, ਕਿਵੇਂ ਪ੍ਰਗਟ ਹੋ ਸਾਡੇ ਅੰਦਰ।
ਰਹਿਰਾਸ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਗੁਰਸਾਖੀ ਜੋਤ ਪ੍ਰਗਟ ਹੋਈ, ਭਾਈ ਗੁਰੂ ਦੀ ਸਿੱਖਿਆ ਲਈ ਜਾਣੀ ਹੈ। ਉਹੀ ਗੁਰਸਿੱਖ ਨੇ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਵੇ ਪਾਰ। ਉਹਨਾਂ ਤੇ ਨਦਰ ਨਾਮ ਹੋ ਜਾ ਮਿਲ ਜਾਂਦਾ, ਉਹ ਪਾਰ ਨਿਕਲ ਜਾਂਦੇ ਨੇ, ਮਾਇਆ ਪਾਰ ਕਰ ਜਾਂਦੇ ਨੇ। ਮਾਇਆ ਤੋਂ ਪਾਰ ਦਾ ਗਿਆਨ ਹੈ ਭਾਈ, ਜਿੱਥੋਂ ਆਤਮਾ ਟੁੱਟ ਕੇ ਆਈ ਹੈ, ਉਹੀ ਤਾਂ ਦੇਵ ਲੋਕ, ਉੱਥੇ ਆਪਾਂ ਪਹੁੰਚਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਬ੍ਰਹਮ ਗਿਆਨ ਵਾਲੀ ਆਤਮਾ ਦੇ ਅੰਦਰ ਸਮਦ੍ਰਿਸ਼ਟੀ ਹੁੰਦੀ, ਉਹ ਸਾਰਿਆਂ ਨੂੰ ਇੱਕੋ ਜਿਹਾ ਦੇਖਦਾ ਵਾ। ਪਿੱਛੇ ਆਪਾਂ ਭਗਤ ਜੀ ਦਾ ਸਲੋਕ ਵਿਚਾਰਿਆ, ਕੁਦਰਤ ਕੇ ਸਭ ਬੰਦੇ, ਮਿੱਤਰ ਸਤਰ ਉਹਦਾ ਕੋਈ ਨਹੀਂ ਹੁੰਦਾ, ਸਾਰੇ ਕੁਦਰਤ ਕੇ ਸਭ ਬੰਦੇ ਹੁੰਦੇ ਆ, ਸਮਦ੍ਰਿਸ਼ਟੀ ਹੁੰਦੇ ਨੇ ਉਹ ਗੁਰਸਿੱਖ ਭਾਈ। ਹੰਕਾਰ ਉਹਨਾਂ ਦੇ ਅੰਦਰ ਨਹੀਂ ਹੁੰਦਾ, ਹੰਕਾਰ ਤੋਂ ਬਾਅਦ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਜੇ ਕੋਈ ਆਪਦੇ ਆਪ ਨੂੰ ਉੱਚਾ ਸਮਝਦਾ, ਉਹ ਭੁਲੇਖਾ ਹੀ ਆ ਉਹਨੂੰ ਭਾਈ, ਭਰਮ ਹੈ। ਸਰੀਰ ਕਰਕੇ ਅਸੀਂ ਬ੍ਰਹਮ ਗਿਆਨੀ ਬਣ ਜਾਂਦੇ, ਸਾਰੇ ਧਰਮ ਆਪਦੇ ਆਪ ਨੂੰ ਪੂਰਨ ਮੰਨਦੇ, ਆਤਮਾ ਕਰਕੇ ਬਣਨਾ ਵਾ। ਜਿਹਨੂੰ ਆਤਮ ਗਿਆਨ ਹੋ ਜਾਂਦਾ, ਉਹ ਆਪਦੇ ਆਪ ਨੂੰ ਬਹੁਤ ਨੀਚਾ ਸਮਝਦਾ, ਹੁੰਦੀ ਉੱਚੀ ਅਵਸਥਾ ਉਹਦੀ, ਕਿਉਂਕਿ ਚੌਥੇ 'ਚ ਪਹੁੰਚਿਆ ਹੁੰਦਾ ਉਹ, ਪਰ ਆਪਦੇ ਆਪ ਨੂੰ ਬਹੁਤ ਨੀਚਾ ਸਮਝਦਾ ਉਹ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਵ ਕਰੇ। ਸਤਿਗੁਰ ਸਮਝਾਉਂਦੇ ਆ, ਆਪ ਨਹੀਂ ਬ੍ਰਹਮ ਗਿਆਨੀ ਕੋ ਬਣ ਸਕਦਾ, ਉਹਦੀ ਕਿਰਪਾ ਰਹਿਮਤ ਹੁੰਦੀ ਹੈ ਕੁਦਰਤ ਦੀ। ਸਾਡੇ 'ਚ ਫਿਰ ਗੁਣ ਪੈਦਾ ਹੁੰਦੇ ਨੇ ਉਹਦੇ ਵਾਲੇ। ਸਿਵ ਗਨ ਕੋ ਸੁਗੁਣ ਸੁਖ ਦੀਓ, ਸਤਰਮ ਕੋ ਪਲਮੇ ਬਦ ਕੀਓ। ਚੌਪੇ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਉਹਦੇ ਵਾਲੇ ਗੁਣ ਆਪਣੇ 'ਚ ਪੈਦਾ ਹੋ ਜਾਂਦੇ, ਉਹੀ ਆਪਾਂ ਮੰਗਣੇ। ਨਿਰਭਉ ਨਿਰਵੈਰ ਕਾਲ ਮੂਲ ਅਜੂਨੀ, ਇਹ ਗੁਣਾਂ ਦੀ ਪ੍ਰਾਪਤੀ ਕਰਨੀ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਭਗਤ ਅਸੀਂ ਫਿਰ ਵੀ ਬਣ ਜਾਂਦੇ ਹਾਂ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਬਿਨ ਗੁਣ ਕੀਤੇ ਭਗਤ ਨਾ ਹੋਏ। ਉਹਦੀ ਭਗਤੀ ਕਿਵੇਂ ਗਾਉਂ? ਮਨ ਤਾਂ ਟਿਕਦਾ ਨਹੀਂ ਭਾਈ, ਭਟਕਦਾ ਫਿਰਦਾ ਵਾ, ਮਾਇਆ ਵਿੱਚ ਡੋਲਦਾ ਵਾ। ਇਹ ਗੁਣਾਂ ਦੀ ਪ੍ਰਾਪਤੀ ਹੋ। ਨਿਰਭਉ ਭੈ ਤੋਂ ਮੁਕਤ, ਨਿਰਵੈਰ ਸੰਸਾਰ ਵੈਰ ਵਿਰੋਧ ਖਤਮ, ਕਾਲ ਤੋਂ ਮੁਕਤ, ਅਜੂਨੀ ਹੈ। ਸਰੀਰ 'ਚ ਰਹਿੰਦਿਆਂ ਸਰੀਰ ਦਾ ਮੋਹ ਛੱਡ ਦੇਣਾ, ਤਿਆਗ ਕਰ ਦੇਣਾ, ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਉਹ ਬਣਦੇ ਨੇ ਗੁਰਸਿੱਖ, ਜਿਹਦੇ ਪ੍ਰਭ ਦੀ ਕਿਰਪਾ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਜੀ ਨਾ। ਸਤਿਗੁਰ ਸਮਝਾਉਂਦੇ ਆ ਭਾਈ, ਸਗਲ ਕੀ ਰੀਨਾ ਭਾਵ ਹੈ ਉਪਦੇਸ਼, ਜਿਹੜਾ ਬਾਣੀ 'ਚੌਂ ਵਰਨਾ ਕੋ ਉਪਦੇਸ਼। ਸਤਿਗੁਰ ਸਭਨਾਂ ਦਾ ਭਲਾ ਮੰਨਦਾ, ਆਤਮ ਉਪਦੇਸ਼ ਹੈ, ਸਭ ਦੇ ਭਲੇ ਖਾਤਰ ਹੈ, ਸਭ ਦੇ ਹਿੱਤ ਖਾਤਰ ਹੈ। ਇਹ ਸਗਲ ਕੀ ਰੀਨਾ ਵਾ। ਉਹ ਗੁਰਸਿੱਖ ਵੀ ਸਗਲ ਕੀ ਰੀਨਾ ਦੀ ਗੱਲ ਕਰਦੇ ਨੇ, ਸਾਰਿਆਂ ਦੇ ਭਲੇ ਦੀ ਗੱਲ ਕਰਦੇ ਨੇ, ਕਿਉਂਕਿ ਉਹ ਜਾਣ ਲੈਂਦੇ ਨੇ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਚੀਨਾ ਤੋਂ ਭਾਵ ਉਹ ਜਾਣ ਲੈਂਦੇ ਨੇ, ਬ੍ਰਹਮ ਗਿਆਨ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਹੁੰਦਾ। ਅਸੀਂ ਬ੍ਰਹਮ 'ਚ ਲੀਨ ਹੋਣਾ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਸਤਿਗੁਰ ਸਮਝਾਉਂਦੇ ਆ, ਪਿਛਲੇ ਪ੍ਰਚਲਿਤ ਜੋ ਬਾਤਾਂ ਆਪਾਂ ਕਰਦੇ ਆਏ ਹਾਂ, ਉਹ ਕਰਦੇ ਰਹੂਗਾ ਸੰਸਾਰ ਜਦ ਤੱਕ ਇਹ ਚੱਲਦਾ ਵਾ। ਜੋ ਸਾਖੀਆਂ ਵੀ ਸੁਣਦੇ ਆਏ ਹਾਂ ਵੀ ਬ੍ਰਹਮ ਗਿਆਨੀ ਸ਼ਰਾਪ ਦੇ ਦਿੰਦੇ ਨੇ, ਜੇ ਕੋਈ ਨੂੰ ਬੁਰਾ ਭਲਾ ਕਹਿ ਦੇਵੇ, ਭਗਤੀ ਭੰਗ ਕਰ ਦੇਵੇ, ਜਾਂ ਬਹੁਤ ਸਾਖੀਆਂ ਐਸੀਆਂ ਬਣ ਗਈਆਂ ਨੇ। ਇਹ ਐਸੀ ਭਗਤੀ ਹੈ, ਮਨ ਕਰਕੇ ਇਹ ਟੁੱਟਦੀ ਨਹੀਂ ਹੁੰਦੀ ਹੈ। ਜਿਹੜਾ ਸਾਨੂੰ ਗਿਆਨ ਹੋ ਗਿਆ, ਕਿਵੇਂ ਚੱਲਿਆ ਜਾਊਗਾ? ਬਾਣੀ ਸਾਨੂੰ ਉਹੀ ਤਾਂ ਗਿਆਨ ਕਰਾਉਂਦੀ ਹੈ, ਇੱਕ ਦਾ ਇਹ ਯੁੱਗ ਮੇ ਇੱਕ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਇਆ, ਮਾਇਆ ਤੋਂ ਛੁਟਕਾਰਾ ਹੁਣ ਇੱਕ ਦੇ ਗਿਆਨ ਨਹੀਂ ਸਾਡਾ ਛੁਟਕਾਰਾ ਹੋਣਾ। ਆਪਦੀ ਮੱਤ ਨਾਲ ਤਾਂ ਅਸੀਂ ਨਿਕਲ ਨਹੀਂ ਸਕਦੇ। ਗੁਰ ਕੀ ਮੱਤ ਤੁਲੇ ਹੋਏ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜਿਨ੍ਹਾਂ ਨੇ ਗੁਰ ਦੀ ਭਗਤੀ ਛੱਡਤੀ, ਉਹ ਡੁੱਬ ਗਏ, ਉਹ ਡੁੱਬ ਜਾਣਗੇ। ਪਰ ਆਪਾਂ ਹੀ ਪ੍ਰਾਪਤੀ ਕਰਨੀ ਹੈ ਭਾਈ, ਗੁਰੂ ਭਗਤ ਸਾਹਿਬਾਨਾਂ ਦੇ ਦਸਾਏ ਰਾਹ 'ਤੇ ਚੱਲ ਕੇ। ਨਦੀਆਂ ਪਵੈ ਸਮੁੰਦਰ ਨਾ ਜਾਣੀਏ, ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਪਰ ਉਹ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਇਵੇਂ ਗੁਰਸਿੱਖ ਸ਼ਬਦ ਦੀ ਵਿਚਾਰ 'ਚ ਲੱਗੇ ਜਿਹੜੇ ਰਹਿੰਦੇ ਨੇ, ਸੁਣਦੇ ਵਿਚਾਰਦੇ ਰਹਿੰਦੇ ਨੇ, ਇੱਕ ਦਿਨ ਗੁਰੂ ਦਾ ਰੂਪ ਹੀ ਹੋ ਜਾਂਦੇ ਨੇ। ਆਤਮਾ ਕਰਕੇ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਤਾਂ ਸਾਰੇ ਧਰਮ ਆਪਦੇ ਆਪ ਨੂੰ ਪੂਰਨ ਮੰਨਦੇ ਆ। ਬੁਰਾਈਆਂ ਤੋਂ ਤਾਂ ਬਾਅਦ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਬੁਰਾ ਕਿਵੇਂ ਕਰ ਸਕਦਾ ਭਾਈ? ਉਹ ਨਹੀਂ, ਬੁਰਾ ਨਹੀਂ ਕਰਦਾ, ਉਹ ਭਲਾ ਹੀ ਕਰਦਾ, ਮਇਆ ਕਰਦਾ। ਉੱਪਰ ਦੱਸਿਆ ਸਤਿਗੁਰਾਂ ਨੇ, ਬ੍ਰਹਮ ਗਿਆਨੀ ਕਿ ਸਭ ਉੱਪਰ ਮਇਆ, ਤੇ ਬੁਰਾ ਕਿਵੇਂ ਕਰ ਦੂਗਾ ਭਾਈ? ਫਿਰ ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਸਮਦਰਸੀ ਹੁੰਦਾ ਹੈ, ਸਮਦ੍ਰਿਸ਼ਟੀ ਹੁੰਦਾ ਹੈ, ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣ ਵਾਲਾ ਹੁੰਦਾ। ਅਮੀਰ ਗਰੀਬ ਨੀਚ ਉਹ ਸਭ ਨੂੰ ਇੱਕ ਬਰਾਬਰ ਦੇਖਦਾ ਵਾ। ਪਰ ਜਦੋਂ ਉਹ ਉਚਾਰਨ ਕਰਦਾ, ਕੁਦਰਤ ਦਾ ਜਸ ਕਰਦਾ, ਆਪਦੇ ਹੁਕਮ ਦਾ, ਨਾਮ ਦਾ, ਆਪਦੇ ਮਾਲਕ ਦਾ, ਤਾਂ ਉਹਦੀ ਦ੍ਰਿਸ਼ਟੀ 'ਚੋਂ ਕੀ ਅੰਮ੍ਰਿਤ ਵਰਸਦਾ, ਉਹ ਮੁਕਤੀ ਦੇਣ ਵਾਲਾ, ਜਿਹਦੇ ਨਾਲ ਸਾਨੂੰ ਮੁਕਤੀ ਮਿਲਣੀ ਹੈ। ਉਹ 'ਚੋਂ ਗਿਆਨ ਮਿਲਦਾ, ਗਿਆਨ ਨਾਲ ਸਾਨੂੰ ਦੂਆ ਪਦਾਰਥ ਮੁਕਤੀ ਮਿਲ ਜਾਂਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬੰਧਨਾਂ ਤੋਂ ਮੁਕਤ ਹੁੰਦਾ, ਕਿਸੇ ਦੇ ਭੈ ਦੇ ਵਿੱਚ ਉਹ ਪ੍ਰਚਾਰ ਨਹੀਂ ਕਰਦਾ, ਕਿਸੇ ਦਾ ਭੈ ਨਹੀਂ ਹੁੰਦਾ, ਉਹਨੂੰ ਸੱਚ ਦੀ ਗੱਲ ਕਰਦਾ ਹੈ। ਸੰਸਾਰ ਬੰਧਨਾਂ ਤੋਂ ਮੁਕਤ ਹੁੰਦਾ, ਉਹ ਮਾਇਆ ਤੋਂ ਮੁਕਤ ਹੋਣ ਤੋਂ ਬਾਅਦ ਤਾਂ ਬ੍ਰਹਮ ਗਿਆਨ ਹੁੰਦਾ ਭਾਈ। ਇਹੀ ਤਾਂ ਤਿਆਗ ਕਰਨਾ ਆਪਾਂ। ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਈਏ, ਭਗਤ ਮਾਰਗ ਹੈ, ਇੱਥੇ ਤਾਂ ਆਪਾਂ ਚੱਲਣਾ ਵਾ, ਇਹ ਤਿਆਗ ਕਰਨਾ ਵਾ, ਇਹ ਤੋਂ ਮੁਕਤੀ ਪ੍ਰਾਪਤ ਕਰਨੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ,
ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਅੰਦਰ ਆਤਮਾ ਨਾਲ ਅਤਰੀਬ ਦੁਨੀਆ 'ਚ ਧਿਆਨ ਉਹਦਾ ਲੱਗਿਆ ਰਹਿੰਦਾ, ਜਿਹਨੂੰ ਬਾਣੀ ਵਿੱਚ ਦੇਵਲੋਕ ਵੀ ਕਿਹਾ ਵਾ। ਭੋਜਨ ਕੀ ਹੈ? ਆਤਮਾ ਦਾ ਖੁਰਾਕ ਕੀ ਹੈ? ਗਿਆਨ। ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਵੇਂ ਦੁੱਖ ਕਾਲ ਸੰਤਾਪੇ। ਜਿਹੜੇ ਕਾਲ ਦਾ ਸਾਨੂੰ ਦੁੱਖ, ਸੰਸਾਰ ਦੇ ਝਮੇਲੇ ਕਿਉਂ ਚੱਲਣੇ ਪੈਂਦੇ, ਜੰਮਣ ਮਰਨ ਸਾਨੂੰ ਕਿਉਂ ਜਾਣਾ ਪੈਂਦਾ? ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਈ ਤਾਂ ਜਾਣਾ ਪੈਂਦਾ। ਨਾਮ ਦੀ ਪ੍ਰਾਪਤੀ ਖਾਤਰ ਤਾਂ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀ। ਭਗਤੀ ਕਰਨੀ ਹੈ ਭਾਈ, ਬ੍ਰਹਮ 'ਚ ਧਿਆਨ ਲਾਉਣਾ। ਅੰਤਰ ਜਿਹੜਾ ਜਿਹਦੀ ਕਿਰਪਾ ਨਾਲ ਸਾਡਾ ਸਾਹ ਚੱਲਦਾ, ਹਾਰਟ ਚੱਲਦਾ, ਉਹੀ ਤਾਂ ਬ੍ਰਹਮ ਹੈ। ਬ੍ਰਹਮਲੀਨ ਵੀ ਲੋਕ ਕਹਿੰਦੇ ਨੇ ਬ੍ਰਹਮਲੀਨ ਹੈ, ਪਰ ਗੱਲਾਂ ਨਾਲ ਨਹੀਂ ਹੁੰਦਾ। ਗਿਆਨ ਨਾਲ ਗੱਲੀ ਢੂੰਡੀਏ, ਨਾਨਕ ਕਥਨਾ ਕਰੜਾ ਸਾਰ। ਇਹ ਕਰੜਾ ਸਾਰ ਗਿਆਨ ਹੈ ਭਾਈ, ਬਹੁਤ ਔਖਾ ਵਾ। ਇਹ ਗੱਲਾਂ ਨਾਲ ਨਹੀਂ ਪ੍ਰਾਪਤ ਹੁੰਦਾ, ਤਿਆਗ ਕਰਨਾ ਪੈਂਦਾ, ਗੁਰਕੀ ਮਤ ਲੈਣੀ ਪੈਂਦੀ ਹੈ। ਗੁਰਕੀ ਮਤ ਸਾਨੂੰ ਕਿਵੇਂ ਮਿਲੂਗੀ? ਆਪਾਂ ਰੋਜ਼ ਰਹਿ ਰਸ ਪੜ੍ਹਦੇ ਹਾਂ। ਗੁਰਸਾਖੀ ਜੋਤ ਪ੍ਰਗਟ ਹੋਏ। ਕਈ ਜਗ੍ਹਾ ਅਸੀਂ ਗਏ, ਉੱਥੇ ਵੀ ਇਹੀ ਵਿਚਾਰ ਚੱਲਦੀ ਹੈ ਵੀ ਕਿਵੇਂ ਇਹ ਸਮਝ ਆਊਗੀ ਬਾਣੀ। ਅਸੀਂ ਆਪਦੀ ਮਤ ਨਾਲ ਸਾਰੀ ਪੜ੍ਹਦੇ ਹਾਂ, ਆਪਦੀ ਮਤ ਨੂੰ ਅਰਥਾ ਰਹੇ ਹਾਂ। ਨਹੀਂ ਭਾਈ, ਸਾਡੀ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ ਇਹ ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਲੈਣੀ, ਬਾਣੀ ਸੁਣਨੀ, ਗੁਰੂ ਤੋਂ ਪੜ੍ਹਨਾ, ਵਿਚਾਰਨਾ, ਉਹ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ, ਫਿਰ ਸਾਨੂੰ ਸਾਰੀ ਇਹ ਖੇਲ ਸਮਝ ਆਉਂਦੀ ਹੈ। ਉਹੀ ਤਾਂ ਆਤਮ ਗਿਆਨ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਜਿਹੜੇ ਬ੍ਰਹਮ ਗਿਆਨ ਵਾਲੀਆਂ ਆਤਮਾ ਹੁੰਦੀਆਂ ਨੇ, ਗੁਰਸਿੱਖ ਕੋਈ ਵੀ ਕਮਾਈ ਕਰਦੇ ਨੇ, ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ। ਉਹ ਇੱਕ ਤੇ ਆਸ ਹੁੰਦੀ ਹੈ, ਇੱਕ ਦਾ ਜਸ ਕਰਦੇ ਨੇ। ਇੱਕ ਹੁਣ ਇਹ ਜੀਵ ਆਇਆ, ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ ਸਾਨੂੰ। ਇਹ ਯੁੱਗ ਮੇ ਇੱਕ ਇੱਕ ਆਇਆ, ਜਨਮਤ ਮੋਇਆ ਮੋਹਣੀ। ਮੈਂ ਪਿੱਛੇ ਵੀ ਆਪਾਂ ਵਿਚਾਰ ਕੀਤੀ ਹੈ, ਕਦੋਂ ਮਾਇਆ ਮੋਹ ਲੈਂਦੀ ਹੈ। ਨੰਦ ਸਾਹਿਬ ਸਤਿਗੁਰਾਂ ਦੇ ਵਚਨ ਲਈਏ ਆਪਾਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਜੀਵ ਜਨਮ ਲੈ ਕੇ ਬਾਹਰ ਆਉਂਦਾ, ਰੋਂਦਾ ਵਾ, ਫਿਰ ਮਾਤਾ ਨੂੰ ਦੁੱਧ ਦਿੰਦੀ ਹੈ, ਸਰੀਰ ਦੀ ਭੁੱਖ ਉਹਦੀ ਪੂਰੀ ਹੋ ਜਾਂਦੀ ਹੈ, ਫਿਰ ਹੁਕਮ ਨਾਲ ਜੁੜ ਜਾਂਦਾ। ਜਿਹਨੂੰ ਆਪਾਂ ਕਹਿੰਦੇ ਵੀ ਉਹ ਮਾਤਾ ਨਾਲ ਗੱਲਾਂ ਕਰਦਾ ਹੈ, ਉਹ ਹੁਕਮ ਨਾਲ ਫਿਰ ਜੁੜ ਜਾਂਦਾ, ਫਿਰ ਖੁਸ਼ ਹੁੰਦਾ ਰਹਿੰਦਾ। ਉਹ ਰੋਂਦਾ ਹੱਸਦਾ, ਫਿਰ ਅੱਖਾਂ ਖੁੱਲ੍ਹਦੀਆਂ ਨੇ, ਕੰਨ ਸੁਣਨ ਲੱਗ ਜਾਂਦਾ, ਸੰਸਾਰ ਨਾਲ ਜੁੜ ਜਾਂਦਾ। ਉਹ ਮਾਇਆ ਨੇ ਖੇਲ ਵਰਤਾਤਾ, ਉਹ ਦੁਬਾਰਾ ਫਿਰ ਆਪਾਂ ਪ੍ਰਾਪਤੀ ਕਰਨੀ। ਇਹੀ ਤਾਂ ਰਹਿਮਤ ਲੈਣੀ ਆਪਾਂ। ਅੰਜਨ ਮੈਂ ਨਿਰੰਜਨ ਪਾਈਏ, ਮਾਇਆ ਦੇ ਵਿੱਚ ਰਹਿੰਦੇ ਉਹ ਨਿਰੰਜਨ ਦੀ ਪ੍ਰਾਪਤੀ ਕਰਨੀ ਆਪਾਂ, ਨਿਰਾਕਾਰ ਸ਼ਕਤੀ ਦੀ, ਨਿਰਾਕਾਰ ਗਿਆਨ, ਉਹ ਨਿਰੰਕਾਰ ਸ਼ਕਤੀ। ਸੱਚਖੰਡ ਪਹੁੰਚਣਾ ਆਪਾਂ ਉਹਦੇ ਚਰਨਾਂ 'ਚ। ਸੱਚਖੰਡ ਵਸੇ ਨਿਰੰਕਾਰ, ਕਰ ਵੇਖੇ ਨਦਰ ਨਿਹਾਲ। ਪਰ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ, ਫੇਰ ਹੀ ਪਹੁੰਚਾਂਗੇ ਆਪਾਂ। ਹੁਣ ਆਪਾਂ ਤਾਂ ਪਲੇਟਫਾਰਮ 'ਤੇ ਬੈਠੇ ਸੋਚੀ ਜਾਂਦੇ ਹਾਂ, ਟ੍ਰੇਨਾਂ ਨਿਕਲੀ ਜਾਂਦੀਆਂ, ਸਰੀਰ ਪਲੇਟਫਾਰਮ ਹੈ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਮਹਾ। ਉਸ ਅਵਸਥਾ 'ਚ ਜਾ ਕੇ ਉਹ ਗੁਰਸਿੱਖ ਪਰਉਪਕਾਰ ਕਰਦੇ ਨੇ, ਦੂਰ ਦੂਰ ਜਾ ਕੇ ਸਤਿਗੁਰ ਦਾ ਜਸ ਕਰਦੇ ਨੇ, ਸਤਿਗੁਰ ਦਾ ਉਪਦੇਸ਼ ਦੂਰ ਦੂਰ ਪਹੁੰਚਾਉਂਦੇ ਨੇ, ਪਰ ਆਪਦੇ ਆਪ ਨੂੰ ਬਹੁਤ ਨੀਵੇਂ ਸਮਝਦੇ ਨੇ। ਜਿਵੇਂ ਕੋਈ ਗਰੀਬੀ ਦੇ ਵਿੱਚ ਆਪਦੇ ਆਪ ਨੂੰ ਬਹੁਤ ਨੀਚਾ ਸਮਝਦਾ ਵਾ, ਇਵੇਂ ਉਹ ਆਤਮਾ ਅਵਸਥਾ ਵਾਲੇ ਆਪਦੇ ਆਪ ਨੂੰ ਬਹੁਤ ਨੀਵਾਂ ਸਮਝਦੇ ਨੇ। ਪਰ ਪਰਉਪਕਾਰ ਲਈ ਉਹਦੇ ਅੰਦਰ ਖੁਸ਼ੀ, ਉਹ ਮਹਾ ਚਾਅ ਰਹਿੰਦਾ ਵਾ। ਦੂਰ ਦੂਰ ਜਾਂਦੇ ਨੇ, ਕੁਦਰਤ ਨਾਲ ਜੋੜਦੇ ਨੇ, ਕੁਦਰਤ ਦਾ ਜਸ ਕਰਕੇ ਉਹਨਾਂ ਨੂੰ ਆਨੰਦ ਮਿਲਦਾ ਹੈ, ਉਹਨਾਂ ਦੀ ਅਵਸਥਾ ਬਣੀ ਰਹਿੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਬ੍ਰਹਮ ਗਿਆਨੀ ਕੇ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਉਹ ਧੰਦਾ ਨਹੀਂ ਬਣਾਉਂਦੇ ਭਾਈ ਧਰਮ ਨੂੰ, ਇਹ 'ਚੋਂ ਮਾਇਆ ਨਹੀਂ ਕਮਾਉਂਦੇ ਹੈਗੇ। ਮਾਇਆ ਦੀ ਇੱਛਾ ਉਹਨਾਂ ਦੇ ਅੰਦਰ ਖਤਮ ਹੋ ਚੁੱਕੀ ਹੁੰਦੀ ਹੈ। ਉਹ ਕੁਦਰਤ 'ਤੇ ਭਰੋਸਾ ਕਰਦੇ ਨੇ, ਉਹਦੇ ਓਟ ਆਸਰੇ ਨਾਲ ਚੱਲਦੇ ਨੇ, ਨਾਮ ਦਾ ਵਪਾਰ ਕਰਦੇ ਨੇ। ਉਹ ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਦੂਏ ਦੇ ਮਨਾਂ ਨੂੰ ਬੰਨ੍ਹਣ ਵਾਲਾ ਹੁੰਦਾ। ਜੇ ਉਹ ਦੂਏ ਦੇ ਮਨਾਂ ਨੂੰ ਟਿਕਾ ਨਹੀਂ ਆ ਰਿਹਾ, ਸੁਣ ਕੇ ਵੀ ਬਾਣੀ ਮਨ ਨੂੰ ਸ਼ਾਂਤੀ ਨਹੀਂ ਆ ਰਹੀ, ਤਾਂ ਉਹ ਗਿਆਨ ਨਹੀਂ ਹੈਗਾ ਭਾਈ, ਬ੍ਰਹਮ ਗਿਆਨ ਨਹੀਂ ਹੈਗਾ। ਇਹੀ ਤਾਂ ਪਰਖਣਾ ਆਪਾਂ, ਪਰਖੇ ਗੁਰ ਕੀ ਬਾਤ ਕਰੀ। ਗੁਰੂ ਦੇ ਬਚਨਾਂ ਨੂੰ ਆਪਾਂ ਪਰਖਣਾ ਵਾ। ਸਾਡਾ ਮਨ ਨਹੀਂ ਟਿਕਦਾ, ਫਿਰ ਸਾਡੇ 'ਚ ਕਮੀ ਆ ਕੋਈ ਭਾਈ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ। ਸਤਿਗੁਰ ਸਮਝਾਉਂਦੇ ਨੇ ਉਹ ਭਲਾ ਹੀ ਕਰਦਾ ਵਾ। ਬ੍ਰਹਮ ਗਿਆਨ ਵਾਲੀ ਆਤਮਾ ਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਵਾ। ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ। ਇਹ ਬ੍ਰਹਮ ਗਿਆਨ ਐਸੀ ਵੱਡੀ ਸ਼ਕਤੀ ਹੈ, ਜੇ ਕਿਸੇ ਦੇ ਅੰਦਰ ਇਹ ਪ੍ਰਗਟ ਹੋ ਜਾਂਦੀ ਹੈ, ਸਾਰਾ ਸੰਸਾਰ ਵੀ ਉਹਦੇ ਨਾਲ ਜਪਦਾ ਰਹੇ, ਉਹਦੀ ਕਮੀ ਨਹੀਂ ਆਉਂਦੀ, ਪਿੱਛੋਂ ਹੋਰ ਆਉਂਦਾ ਰਹਿੰਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਬ੍ਰਹਮ ਗਿਆਨੀ ਕੇ ਏਕੇ ਰੰਗ, ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ। ਕਰਨੀ ਆਪੋ ਆਪਣੀ ਕਹਿ ਨੇੜੇ ਕੇ ਦੂਰ। ਆਪਾਂ ਕਰਨੀ 'ਤੇ ਖੜ੍ਹੇ ਹਾਂ, ਆਪਣੀ ਆਚਰਨ 'ਤੇ ਖੜ੍ਹੇ ਹਾਂ ਆਪਾਂ। ਜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਹਾਂ, ਆਪਾਂ ਨੇੜੇ ਹੋ ਜਾਂਦੇ ਹਾਂ, ਪ੍ਰਭ ਕੇ ਸੰਗ ਹੋ ਜਾਂਦੇ ਹਾਂ। ਜੇ ਆਪਦੀ ਮੱਤ ਨਾਲ ਚੱਲਦੇ ਹਾਂ, ਫਿਰ ਦੂਰ ਹੋ ਜਾਂਦੇ ਹਾਂ, ਫਿਰ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ, ਗੁਰ ਕੇ ਭਾਣੇ ਜੋ ਚੱਲੇ ਭਾਈ, ਬੋਹਿਤ ਬੈਠਾ ਆਏ। ਉਹ ਆਪਦੇ ਘਰ ਪਹੁੰਚ ਜਾਂਦੇ ਨੇ ਭਾਈ। ਉਹੀ ਸਤਿਗੁਰ ਸਮਝਾਉਂਦੇ ਨੇ, ਬ੍ਰਹਮ ਗਿਆਨੀ ਕੇ ਏਕੇ ਰੰਗ। ਉਹਨਾਂ ਕੋਲ ਨਾਮ ਦਾ ਰੰਗ ਹੁੰਦਾ ਹੈ। ਪਹਿਲਾਂ ਤਾਂ ਆਪਦੇ ਉੱਪਰ ਨਾਮ ਦਾ ਰੰਗ ਚਾੜ੍ਹਦੇ, ਫਿਰ ਦੂਜੀ ਸੰਗਤ 'ਤੇ ਚਾੜ੍ਹਦੇ ਨੇ। ਹਰ ਕਾ ਰੰਗ ਕਦੇ ਨਾ ਉਤਰੇ, ਉਤਰਦਾ ਨਹੀਂ ਹੈਗਾ ਭਾਈ। ਫਿਰ
ਮਾਇਆ ਦਾ ਰੰਗ ਥੋੜ੍ਹੇ ਦਿਨਾਂ ਦਾ ਵਾ, 4 ਦਿਨ ਕੀ ਸਹਿਬੀ ਫਿਰ ਹੋਏ ਤਾਤਾ ਰਾਮ। ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਵਾਰ। ਸਤਿਗੁਰ ਸਮਝਾਉਂਦੇ ਨੇ ਉਹ ਗੁਰਸਿੱਖ ਨਾਮ ਦਾ ਆਸਰਾ ਲੈਂਦੇ ਨੇ, ਹੁਕਮ ਦਾ ਆਸਰਾ ਲੈਂਦੇ ਨੇ। ਉਹ ਸਮਝ ਲੈਂਦੇ ਨੇ ਹੁਕਮੀ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕੋਈ ਨਾ ਹਉਮੈ ਕਹੇ ਨਾ ਕੋਈ। ਸਤਿਗੁਰ ਸਮਝਾਉਂਦੇ ਨੇ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਉਹ ਭਾਈ ਹਉਮੈ ਛੱਡ ਦਿੰਦੇ ਨੇ, ਸਮਝ ਲੈਂਦੇ ਨੇ ਵੀ ਸਾਰਾ ਕੁਝ ਹੁਕਮ 'ਚ ਹੋ ਜਾਂਦਾ। ਪਰ ਮਨ ਨਹੀਂ ਮੰਨਦਾ, ਮਨ ਨੂੰ ਮਨਾਉਣਾ ਵਾ। ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ, ਪੂਰਨ ਕਿਰਪਾ ਰਹਿਮਤ ਲੈਣੀ ਆ ਦਾਤੇ ਦੀ। ਆਪਾਂ ਗੁਰ ਸਾਹਿਬ ਤੋਂ ਜਿਹੜਾ ਗਿਆਨ ਹੁੰਦਾ ਉਹਦੇ ਨਾਲ ਮਨ ਟਿਕਦਾ। ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਭਾਈ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ। ਨਹੀਂ ਮਨ ਟਿਕੇ ਤੋਂ ਬਿਨਾਂ ਸਾਨੂੰ ਕਾਲ ਨੇ ਨਹੀਂ ਛੱਡਣਾ, ਸਾਡੀਆਂ ਚਿੰਤਾ ਸਾਨੂੰ ਦੁੱਖਾਂ ਦਾ ਇਵੇਂ ਝਮੇਲਾ ਚੱਕਣਾ ਪੈਣਾ ਵਾ। ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਸਾਰੇ ਗੁਰੂ ਦੇ ਪਰਿਵਾਰ ਹੀ ਨੇ, ਸਾਰੀਆਂ ਆਤਮਾਂ ਉਹਦੀਆਂ ਨੇ। ਇੱਕ ਪਿਤਾ ਇੱਕ ਕਿਆ ਮੁਬਾਰਕ। ਸਰੀਰ ਕਰਕੇ ਅਸੀਂ ਲੱਗ ਗਏ, ਆਤਮਾ ਕਰਕੇ ਸਾਰੇ ਹੀ ਉਹਦੇ ਆ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਬ ਤਿਆਗਤ। ਹੰਕਾਰ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹੈ ਮੇਵ, ਨਾਨਕ ਪ੍ਰਭ ਸਰਣਾਗਤੀ। ਕਰ ਪ੍ਰਸਾਦ ਗੁਰਦੇਵ ਪਿੱਛੇ ਆਪਾਂ ਸਲੋਕ ਵਿਚਾਰਿਆ ਵਾ। ਉਹ ਗੁਰਦੇਵ ਦੇ ਗਿਆਨ ਦੇ ਨਾਲ ਸਾਡਾ ਹੰਕਾਰ ਚੱਲਿਆ ਜਾਂਦਾ, ਵਿਕਾਰਾਂ ਤੋਂ ਅਸੀਂ ਰਹਿਤ ਹੋ ਜਾਂਦੇ ਹਾਂ, ਆਤਮਾ ਸਾਡੀ ਜਾਗ ਜਾਂਦੀ ਹੈ। ਹੁਣ ਕੀ ਸੁੱਤੇ ਪਏ ਹਾਂ ਅਸੀਂ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਉਹ ਤੋਂ ਵੀ ਇਹੀ ਭਾਵ ਹੈ। ਕੌਣ ਜਾਗਦੇ ਨੇ? ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਿਹਨਾਂ ਦਾ ਅੰਮ੍ਰਿਤ ਵੇਲਾ ਹੋ ਗਿਆ ਭਾਈ, ਬੀਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਫਿਰ ਸਾਡੀ ਪੁਕਾਰ ਸੁਣੀ ਜਾਂਦੀ ਹੈ। ਜਿਹੜਾ ਸੰਸਾਰੀ ਅੰਮ੍ਰਿਤ ਵੇਲਾ ਹੁੰਦਾ ਉਹ ਸਰੀਰ ਕਰਕੇ ਆ ਭਾਈ, ਇਹ ਆਤਮਾ ਕਰਕੇ। ਜਦੋਂ ਆਤਮਾ ਜਾਗ ਜਾਂਦੀ ਹੈ ਬਾਣੀ ਵਿੱਚ, ਉਹਨੂੰ ਅੰਮ੍ਰਿਤ ਵੇਲਾ ਕਿਹਾ ਵਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹ ਅੰਮ੍ਰਿਤ ਬਾਣੀ ਬੋਲਦੇ ਨੇ, ਉਹ ਗੁਰੂ ਦਾ ਜਸ ਕਰਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ। ਆਤਮ ਗਿਆਨ ਵਾਲੀਆਂ ਆਤਮਾ ਗੁਰਸਿੱਖਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਪਰਮਾਨੰਦ ਦੀ ਅਵਸਥਾ ਬਣ ਜਾਂਦੀ ਹੈ ਜਦੋਂ ਇੱਛਾ ਖਤਮ ਹੋ ਜਾਂਦੇ ਨੇ। ਭਗਤ ਕਬੀਰ ਜੀ ਸਮਝਾਉਂਦੇ ਨੇ, ਕਬੀਰ ਜਿਸ ਦਿਨ ਹੋਂ ਮੂਆ, ਕਬੀਰ ਜਾ ਦਿਨ ਹੋਂ ਮੂਆ, ਪਾਛੇ ਪਿਆ ਆਨੰਦ, ਮੋਹੇ ਮਿਲਿਆ ਪ੍ਰਭ ਆਪਣਾ, ਸੰਗੀ ਭਜੇ ਗੋਬਿੰਦ। ਉਹ ਪਰਮਾਨੰਦ ਦੀ ਅਵਸਥਾ ਹੈ ਭਾਈ, ਜਦੋਂ ਇੱਛਾ ਮਰ ਜਾਂਦੀਆਂ ਨੇ। ਇੱਛਾ ਕਿਵੇਂ ਮਰਦੀਆਂ ਨੇ? ਗੁਰ ਸ਼ਬਦ ਦੇ ਗਿਆਨ ਨਾਲ। ਸਾਡੀ ਇੱਛਾ ਨਾਲ ਥੋੜ੍ਹੀ ਸੰਸਾਰ ਚੱਲਦਾ ਹੈ, ਇਹ ਤਾਂ ਕੁਦਰਤ ਦੇ ਹੁਕਮ ਨਾਲ ਚੱਲਦਾ। ਸਾਨੂੰ ਲੱਗਦਾ ਹੈ ਵੀ ਸਾਡੀ ਮਤ ਨਾਲ ਚੱਲ ਰਿਹਾ, ਨਹੀਂ। ਇਹੀ ਤਾਂ ਆਪਾਂ ਵਿਚਾਰਨਾ ਸੀ, ਦੋ ਹੀ ਪੱਖ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਾਹੀ ਵਿਨਾਸ਼। ਜਿਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ, ਅੱਗੇ ਸਤਿਗੁਰਾਂ ਦੇ ਵਚਨ ਆ ਜਾਣੇ ਆਪਾਂ ਨੂੰ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਕਣਕਾਂ ਮਾਤਰ ਵੀ ਆਪਾਂ ਨੂੰ ਗਿਆਨ ਹੋ ਜਾਂਦਾ ਹੈ, ਜੀਵ ਆਤਮਾ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਉਹੀ ਤਾਂ ਨਾਮ ਹੈ ਭਾਈ ਗੁਰੂ, ਉਹੀ ਤਾਂ ਹੁਕਮ ਹੈ। ਆਦਿ ਅੰਤ ਏਕੇ ਉਤਾਰਾ ਸੋਈ ਗੁਰੂ, ਸਮਝੀ ਹਮਾਰਾ। ਦਸਮ ਪਾਤਸ਼ਾਹ ਨੇ ਆਪਾਂ ਨੂੰ ਚੌਪਈ ਸਾਹਿਬ ਸਮਝਾਇਆ। ਗੁਰੂ ਇੱਕ ਹੀ ਤੋਂ ਹੈ ਪਰਮੇਸ਼ਰ। ਸੰਸਾਰ ਦੇ ਗੁਰੂ ਬਹੁਤ ਨੇ, ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਭਗਤਨ ਦਾ ਗੁਰੂ ਕੋਈ ਨਹੀਂ, ਭਗਤਨ ਦਾ ਗੁਰੂ ਪਰਮੇਸ਼ਰ ਹੈ। ਆਪਾਂ ਵੀ ਉਹੀ ਪ੍ਰਾਪਤੀ ਕਰਨੀ ਹੈ ਭਾਈ। ਕਿ ਸਤਿਗੁਰ ਕੀ ਸਮਝਾਉਂਦੇ ਆ? ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗੇਤਾ। ਇੱਕ ਨਾਲ ਪ੍ਰੇਮ ਪੈ ਜਾਂਦਾ, ਇੱਕ ਦਾ ਗਿਆਨ ਬਾਣੀ ਆਪਾਂ ਨੂੰ ਕਰਾਉਂਦੀ ਹੈ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ। ਆਤਮਾ ਕਰਕੇ ਉਹ ਪਿਤਾ ਦਾ ਜਿਹੜਾ ਹੈਗਾ ਦਰਸ਼ਨ ਕਰਦਾ ਹੈ। ਮਾਤਾ ਮਤ ਬੁੱਧੀ ਕਰਕੇ ਗਿਆਨ ਮਿਲਦਾ ਹੈ, ਆਪਣੇ ਪਿਤਾ ਦਾ ਦਰਸ਼ਨ ਕਰ ਲੈਂਦਾ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਜਿਹੜੇ ਮਾਤਾ ਪਿਤਾ ਸੰਸਾਰੀ ਨੇ ਸਾਡੇ, ਉਹ ਸਰੀਰ ਕਰਕੇ ਨੇ, ਉਹ ਵੀ ਉਹਦੀ ਕਿਰਪਾ ਰਹਿਮਤ ਨਾਲ ਸਾਨੂੰ ਮਿਲੇ ਨੇ। ਬ੍ਰਹਮ ਗਿਆਨੀ ਕੇ ਹੋਈ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਅਚਿੰਤ ਹੁੰਦਾ ਹੈ, ਆਤਮ ਗਿਆਨ ਵਾਲੇ ਬੇਫਿਕਰ ਹੋ ਜਾਂਦੇ ਨੇ, ਕਿਉਂ? ਜਾਣ ਲੈਂਦੇ ਨੇ ਸਾਰਾ ਕੁਛ ਤਾਂ ਹੁਕਮ 'ਚ ਹੋ ਰਿਹਾ। ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ। ਨੌਵੇਂ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ। ਇਹ ਨਿਰਮਲ ਮੰਤ ਹੈ ਭਾਈ। ਮੰਤ ਹੁੰਦਾ ਵਿਧੀ। ਫਾਸਨ ਕੀ ਵਿਧ ਸਭ ਕੋ ਜਾਣੇ, ਛੁੱਟਣ ਕੀ ਕੋਈ। ਇਹੀ ਤਾਂ ਵਿਧੀ ਹੈ ਭਾਈ ਛੁੱਟਣ ਦੀ। ਅੱਗੇ ਸਤਿਗੁਰ ਕੀ ਸਮਝਾਉਂਦੇ? ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬੜ ਪ੍ਰਤਾਪ ਤੋਂ ਭਾਵ ਬੜ ਗਿਆਨ। ਚਾਰ ਲੋਕਾਂ ਦਾ ਉਹਨੂੰ ਗਿਆਨ ਹੋ ਜਾਂਦਾ ਹੈ। ਪਰ ਬ੍ਰਹਮ ਗਿਆਨੀ ਜਿਹੜੇ ਅਸੀਂ ਆਪ ਬਣਦੇ ਹਾਂ, ਸਰੀਰ ਕਰਕੇ ਪੂਰਨ ਬਣਦੇ, ਉਹ ਸਾਡਾ ਭਰਮ ਹੁੰਦਾ ਵਾ। ਇਹ ਤਾਂ ਜਦੋਂ ਕੁਦਰਤੀ ਰਹਿਮਤ ਹੁੰਦੀ, ਸਾਡੇ 'ਚ ਗੁਣ ਪੈਦਾ ਹੁੰਦੇ ਨੇ, ਨਿਰਭਉ ਨਿਰਵੈਰ, ਫਿਰ ਹੀ ਸਾਨੂੰ ਇਹ ਪ੍ਰਾਪਤੀ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਬ੍ਰਹਮ ਗਿਆਨੀ ਕਾ ਦਰਸ ਬੜਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਬ੍ਰਹਮ ਗਿਆਨ ਵਾਲੀ ਆਤਮਾ ਦਾ, ਉਹ ਗੁਰਸਿੱਖਾਂ ਦਾ ਬੁੱਧੀ ਨੂੰ ਦਰਸ਼ਨ ਹੁੰਦਾ, ਸਰੀਰ ਨੂੰ ਨਹੀਂ, ਅੱਖਾਂ ਨੂੰ ਨਹੀਂ, ਬੁੱਧੀ ਨੂੰ ਦਰਸ਼ਨ ਹੁੰਦਾ। ਵੱਡੇ ਭਾਗਾਂ ਨੇ ਗਿਆਨ ਮਿਲਦਾ ਵਾ, ਵੱਡੇ ਭਾਗਾਂ ਨਾਲ ਉਹ ਸੰਯੋਗ ਮਿਲਾਪ ਹੁੰਦਾ ਐਸੀ ਆਤਮਾ ਨਾਲ। ਆਪਾਂ ਰੋਜ਼ ਅਰਦਾਸ ਵੀ ਕਰਦੇ ਹਾਂ, ਸਹੀ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਪਰ ਫਿਰ ਭੁੱਲ ਜਾਂਦੇ ਹਾਂ, ਫਿਰ ਮਾਇਆ ਮੰਗ ਲੈਂਦੇ ਹਾਂ। ਮਾਇਆ ਸਾਨੂੰ ਫਿਰ ਜੰਮਣ ਮਾਰਨ ਨੂੰ ਲੈ ਜਾਂਦੀ ਹੈ।
ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਐਸੇ ਗੁਰਸਿੱਖ ਤੋਂ ਬਲਿਹਾਰੀ ਜਾਣਾ ਚਾਹੀਦਾ। ਸਤਿਗੁਰ ਸਮਝਾਉਂਦੇ ਆ ਭਾਈ, ਬ੍ਰਹਮ ਗਿਆਨੀ ਕੋ ਖੋਜੇ ਮੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਮੇਸ਼ਰ ਤੋਂ ਭਾਵ ਸ਼ਿਵ ਜੀ, ਸੇ ਪੰਥੀ ਜੋਗੀ ਵਿਚਾਰੇ ਇਹ ਵੀ ਬ੍ਰਹਮ ਗਿਆਨ ਮੁਕਤੀ ਲੱਭਦੇ ਰਹੇ। ਸਿਮਰਤ ਸ਼ਾਸਤਰ, ਬ੍ਰਹਮਾ, ਬ੍ਰਾਹਮਣ, ਮਤਾਂ ਵਾਲੇ, ਰਾਜੇ, ਵਿਸ਼ਨੂੰ ਸਾਰੇ ਖੋਜਦੇ ਰਹੇ, ਪਰ ਮਾਇਆ ਚੋਂ ਖੋਜਦੇ ਰਹੇ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਗੁਰ ਸ਼ਬਦ ਚੋਂ ਆਪਾਂ ਨੂੰ ਪ੍ਰਾਪਤ ਹੋਣਾ ਵਾ। ਉਹ ਆਤਮਾ ਦਾ ਅੰਮ੍ਰਿਤ ਹੈ, ਜਿਹੜਾ ਬਾਹਰ ਅਸੀਂ ਪੀਂਦੇ ਹਾਂ, ਸਰੀਰ ਕਰਕੇ ਆ। ਉਹ ਪੌਹਲ ਹੈ, ਪੀਓ ਪੌਹਲ ਖੰਡੇ ਤਾਰ ਹੋਵੇ ਜਨਮ ਸਹੇਲਾ। ਇਹ ਪ੍ਰਾਪਤੀ ਕਰਨੀ ਹੈ ਆਪਾਂ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰਮੇਸ਼ਰ ਹੈ, ਹੁਕਮ ਗੁਰੂ ਜੀ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾਹੀਂ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ। ਸਾਰਿਆਂ ਦੀ ਜਾਣਦਾ ਹੈ, ਉਹ ਜਾਣ ਲੈਂਦੇ ਆਤਮ ਗਿਆਨ ਵਾਲੇ। ਭਜੋ ਗੋਬਿੰਦ ਭੂਲ ਮਤ ਜਾਓ, ਮਾਣ ਜਨਮ ਕਾ ਹੀ ਲਾਓ। ਜਿਹੜੀ ਮਨੁੱਖਾ ਦੇਹੀ ਮਿਲੀ ਹੈ, ਗੋਬਿੰਦ ਨਾਲ ਜੁੜਦੀ ਹੈ। ਪਰ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਪਈ ਪ੍ਰਾਪਤ ਮਾਨੁਖ ਤੇ ਹੋ ਰਹੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬੇੜਾ ਭਾਈ ਹੁਣ ਮੌਕਾ ਵਾ, ਕਰੋ ਬੇਨਤੀ ਸੁਣੋ ਮੇਰੀ ਮੀਤਾ, ਸੰਤ ਟਹਿਲ ਕੇ ਵੇਲੇ। ਇਹ ਵੀ ਉਹੀ ਗੱਲ ਹੈ ਭਾਈ, ਉਹ ਅੰਤਰਾਤਮਾ ਆਵਾਜ਼ ਜਿਹੜੀ ਸ਼ਾਂਤ ਰਹਿੰਦੀ ਹੈ, ਸ਼ਾਂਤ ਜਿਹਨੂੰ ਹਰ ਕਿਹਾ ਬਾਣੀ ਵਿੱਚ, ਉਹਦਾ ਦਰਸ਼ਨ ਕਰਨਾ ਆਪਾਂ ਹੁਣ ਮੌਕਾ ਆਪਣੇ ਕੋਲ ਮਨੁੱਖਾ ਦੇਹੀ ਮਿਲੀ ਹੈ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਐਸੀ ਕੋਈ ਆਤਮਾ ਮਿਲਦੀ ਹੈ ਬ੍ਰਹਮ ਗਿਆਨ ਦੇਣ ਵਾਲੀ, ਸਤਿਗੁਰ ਸਮਝਾਉਂਦੇ ਇਹਨੂੰ ਸਦਾ ਭਾਈ ਨਮਸਕਾਰ ਕਰੋ। ਉਹਦਾ ਭੇਦ ਨਹੀਂ ਪਾ ਸਕਦਾ ਕੋਈ, ਉਹਦੀ ਬੁੱਧੀ ਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹ ਮਾਇਆ ਪਾਰ ਕਰ ਚੁੱਕਿਆ ਹੁੰਦਾ, ਉਹ ਆਪਦੇ ਹਰ ਮੂਲ ਨਾਲ ਜੁੜ ਚੁੱਕਿਆ ਹੁੰਦਾ ਵਾ। ਉਹੀ ਤਾਂ ਦੇਵ ਲੋਕ ਹੈ, ਉੱਥੇ ਤਾਂ ਬਾਣੀ ਜਾ ਕੇ ਸਮਝ ਆਉਂਦੀ ਹੈ, ਉੱਥੇ ਤਾਂ ਬਾਣੀ ਉਚਾਰਨ ਕੀਤੀ, ਉੱਥੇ ਤਾਂ ਭਗਤੀ ਸ਼ੁਰੂ ਹੋਣੀ ਆਪਣੀ। ਭਗਤ ਤੇਰੇ ਮਨ ਭਾਮ ਦੇ ਦਰ ਸੋਹੇ ਕੀਰਤ ਗਾਵੰਦੇ। ਉੱਥੇ ਬਹਿ ਕੇ ਤਾਂ ਜਸ ਕੀਤਾ ਜਾਂਦਾ, ਕੀਰਤੀ ਕੀਤੀ ਜਾਂਦੀ ਹੈ। ਉਹੀ ਤਾਂ ਦਿਵ ਲੋਕ ਹੈ। ਦੋ ਹੀ ਪੱਖ ਦੀਂਦੇ ਆ, ਸੱਚਖੰਡ ਵੀ ਦੀਂਦਾ, ਪਰ ਲੋਕ ਵੀ ਦੀਂਦਾ, ਅਤੇ ਲੋਕ ਵੀ ਦੀਂਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ, ਬ੍ਰਹਮ ਗਿਆਨੀ ਸਰਬ ਕਾ ਠਾਕਰ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਉਹਦਾ ਅੱਖਰ, ਬ੍ਰਹਮ ਗਿਆਨੀ ਸਰਬ ਕਾ ਠਾਕਰ। ਹੁਕਮ ਦੀ ਜਿਹੜੀ ਹੈਗੀ ਆ ਵਿਆਖਿਆ ਬਾਣੀ ਵਿੱਚ ਨਹੀਂ ਹੈਗੀ, ਬ੍ਰਹਮ ਦੀ ਹੈ। ਹੁਕਮ ਸਾਡੀ ਪਕੜ ਤੋਂ ਪਰੇ ਹੈ। ਆਹ ਸੱਚ ਜਿਹੜਾ ਹੈ, ਜਿਹਨੇ ਸ੍ਰਿਸ਼ਟੀ ਸਾਜੀ ਹੈ, ਸਾਡੀ ਪਕੜ ਤੋਂ ਪਰੇ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾ ਅੱਖਰ ਤੋਂ ਭਾਵ ਬ੍ਰਹਮ ਦਾ ਗਿਆਨ ਹੈ ਇਹਦੇ ਵਿੱਚ। ਇੱਕ ਹੋਣ ਤੋਂ ਬਾਅਦ ਫਿਰ ਹੁਕਮ ਦਾ ਦਰਸ਼ਨ ਹੁੰਦਾ। ਇਹਦੇ ਵਿੱਚ ਕਿਵੇਂ ਆਜੂ? ਪੂਰਨ ਬ੍ਰਹਮ ਦੀ ਬਾਣੀ ਨਹੀਂ ਇਹਦੇ ਵਿੱਚ ਹੈਗੀ। ਬ੍ਰਹਮ ਦੀ ਬਾਣੀ ਉਹ ਸਤਿਗੁਰ ਸਮਝਾ ਰਹੇ ਆਪਾਂ ਨੂੰ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਉਹਦਾ ਅੱਖਰ, ਬ੍ਰਹਮ ਗਿਆਨੀ ਸਰਬ ਕਾ ਠਾਕਰ। ਸਾਨੂੰ ਇਹੀ ਨਹੀਂ ਸਮਝ ਆ ਰਿਹਾ। ਉਹ ਸਰਬ ਕਾ ਠਾਕਰ ਹੈ, ਸਾਰਿਆਂ ਨੂੰ ਬੰਨ੍ਹ ਕੇ ਰੱਖਿਆ। ਅਰਦਾਸ ਵੀ ਆਪਾਂ ਰੋਜ਼ ਕਰਦੇ ਹਾਂ, ਤੁਮ ਠਾਕਰ ਤੁਮ ਪੇ ਅਰਦਾਸ। ਤੂੰ ਠਾਕਰ ਹੈ, ਸਾਰਿਆਂ ਨੂੰ ਠਾਕ ਕੇ ਰੱਖਿਆ, ਬੰਨ੍ਹ ਕੇ ਰੱਖਿਆ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਜਿਹੜੇ ਮਾਰਗ 'ਤੇ ਚੱਲਦੇ ਨੇ ਭਾਈ, ਗੁਰੂ ਭਗਤਾਂ ਦਰਸਾਏ ਰਾਹ, ਅਤੇ ਉਹਨਾਂ ਨੂੰ ਬ੍ਰਹਮ ਗਿਆਨ ਵਾਲੇ ਗੁਰਸਿੱਖ ਉਹ ਭਗਤ ਮਾਰਗ ਦੀ ਸਮਝ ਆਉਂਦੀ ਹੈ, ਜਿਹੜੇ ਮਾਰਗ 'ਤੇ ਚੱਲਦੇ ਨੇ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਨਮਸਕਾਰ ਕਰਨੀ ਚਾਹੀਦੀ। ਸਤਿਗੁਰ ਸਮਝਾਉਂਦੇ ਆ, ਕੋਈ ਬ੍ਰਹਮ ਗਿਆਨ ਵਾਲੀ ਆਤਮਾ ਇਹ ਸਮਝ ਕੇ ਸਮਝਾ ਰਹੀ ਹੈ, ਪਰ ਉਹਦੀ ਬੁੱਧ ਦਾ ਕੋਈ ਅੰਤ ਨਹੀਂ ਪਾ ਸਕਦਾ, ਕਿ ਉਹਦੀ ਬੁੱਧ ਉਹ ਹੁਕਮ ਨਾਲ ਜੁੜੀ ਹੁੰਦੀ ਹੈ, ਜਿਹਨੇ ਸ੍ਰਿਸ਼ਟੀ ਸਾਜੀ। ਆਪਾਂ ਪਿੱਛੇ ਵੀ ਵਿਚਾਰਿਆ, ਨਾਮੇ ਉਤਪਤ ਨਾਮੇ ਪਰ ਲੋ, ਲਾਸਟ ਪਤਾ ਰਹਿ ਗਿਆ। ਆਪਾਂ ਵਿਚਾਰੀਏ ਇਹਨੂੰ। ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਜੇ ਅਸੀਂ ਸਰੀਰ ਕਰਕੇ ਆਪਦੇ ਆਪ ਨੂੰ ਬ੍ਰਹਮ ਗਿਆਨੀ ਮੰਨੇ ਬੈਠੇ, ਸਾਡੀ ਅਗਿਆਨਤਾ ਭਰਮ ਹੈ। ਸਤਿਗੁਰ ਤਾਂ ਐਂ ਸਮਝਾ ਰਿਹਾ ਭਾਈ, ਸਭ ਸ੍ਰੇਸ਼ਟ ਕਾ ਕਰਤਾ, ਸਾਰੀ ਸ੍ਰਿਸ਼ਟੀ ਦਾ ਇਹ ਕਿਵੇਂ ਕਰ ਦੂਗਾ? ਬ੍ਰਹਮ ਗਿਆਨੀ ਤਾਂ ਫਿਰ ਹੁਕਮ ਹੈ, ਉਹਦੇ ਹੁਕਮ ਜੋ ਅੰਤਰ ਜੋਤ ਸਾਡੇ ਹਰਵਾ ਹੈ, ਜਿਹਨੂੰ ਬ੍ਰਹਮ ਕਿਹਾ ਬਾਣੀ ਵਿੱਚ, ਉਹਦੇ ਨਾਲ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਉਹਦਾ ਤਾਂ ਦਰਸ਼ਨ ਕਰਨਾ ਆਪਾਂ ਅੱਖਾਂ ਨੂੰ ਨਹੀਂ ਹੁੰਦਾ, ਬੁੱਧੀ ਨੂੰ ਹੋਣਾ ਵਾ। ਇੱਥੇ ਸਤਿਗੁਰ ਸਮਝਾ ਰਹੇ ਨੇ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਸਰੀਰ ਕਰਕੇ ਤਾਂ ਫਿਰ ਸਾਰਿਆਂ ਨੇ ਛੱਡਣਾ ਆਪਾਂ ਨੂੰ। ਇਹੀ ਤਾਂ ਸਮਝਣੇ ਦੋਨੇ ਪੱਖ ਆਪਾਂ। ਜੇ ਅਸੀਂ ਬ੍ਰਹਮ ਗਿਆਨੀ ਹਾਂ, ਫਿਰ ਸਾਰੀ ਸ੍ਰਿਸ਼ਟੀ ਦਾ ਅਸੀਂ ਕਿਵੇਂ ਕਰ ਲਾਂਗੇ? ਜੇ ਅਸੀਂ ਕਰਤਾ ਪੁਰਖ ਹਾਂ, ਸਾਡੇ 'ਚ ਇਹ ਗੁਣ ਨੇ, ਨਹੀਂ ਹੁੰਦਾ ਕਿਸੇ 'ਚ ਵੀ। ਇਹ ਸੰਸਾਰੀ ਸਾਡੇ ਕਿੱਡਾ ਵੱਡਾ ਰੁਤਬਾ, ਕਿੱਡੇ ਉੱਚੇ ਪਦ, ਕਿੱਡਾ ਰਾਜ ਪਾਠ ਸਾਡਾ ਕਾਇਮ ਹੋ ਜਾਵੇ, ਇਹ ਗੁਣ ਸੰਸਾਰੀ ਜੀਵਾਂ 'ਚ ਨਹੀਂ ਹੁੰਦੇ ਹੈਗੇ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਜਪਜੀ ਸਾਹਿਬ, ਜੇ ਚੁਕਚਾਰੇ ਆਰਜਾਂ ਹੋਣ ਦਸੋਣੀ ਹੋਏ, ਨਵਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲਜੇ, ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ। ਫਿਰ ਕਿਉਂ ਕਿਹਾ ਸਤਿਗੁਰਾਂ ਨੇ? ਸਾਡੇ 'ਚ ਗੁਣ ਨਹੀਂ ਹੁੰਦੇ, ਗੁਣਾਂ ਦੀ ਤਾਂ ਪ੍ਰਾਪਤੀ ਕਰਨੀ ਹੈ। ਭਗਤ ਬਣ ਜਾਂਦੇ ਹਾਂ ਅਸੀਂ ਸਰੀਰ ਕਰਕੇ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਤਿਗੁਰਾਂ ਨੇ ਸਮਝਾਇਆ ਜਪਜੀ ਸਾਹਿਬ, ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਜ਼ਰੂਰ ਬਣ ਜਾਂਦੇ ਹਾਂ। ਇਹੀ ਤਾਂ ਭਰਮ ਕੱਢਦੀ ਹੈ ਬਾਣੀ।
ब्रह्म ज्ञानी मुक्त जुक्त जी का दाता, ब्रह्म ज्ञानी पूਰਨ ਪੁਰਖ ਵਿਦਾਤਾ। ਉਹ ਆਤਮਾ, ਉਹ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਕੇ ਬ੍ਰਹਮ ਚ ਲੀਨ ਹੋ ਜਾਂਦੇ, ਪੂਰਨ ਹੋ ਜਾਂਦੇ। ਜੋਤੀ ਜੋਤ ਮਿਲੀ ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੇ ਸਪੂਰਨ ਥੀਆ ਰਾਮ। ਰਾਮ ਪੂਰਾ ਹੋ ਜਾਂਦਾ ਹੈ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ। ਉਸ ਅਵਸਥਾ ਜਾ ਕੇ ਬਾਣੀ ਸਮਝ ਆਉਂਦੀ ਹੈ। ਉਸ ਅਵਸਥਾ 'ਚ ਹੁਕਮ ਦਾ ਦਰਸ਼ਨ ਆਉਂਦਾ। ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਵਟਾਈ, ਜਿਹਨੂੰ ਨਾਦ ਵੀ ਕਿਹਾ ਬਾਣੀ ਵਿੱਚ। ਜਿਹੜੇ ਸਿੱਧ ਨਾਦ ਬਾਰੇ ਸਮਝਾਉਣ ਸਤਿਗੁਰਾਂ ਨੇ ਸਮਝਾਇਆ ਵੀ ਨਾਦ ਹੁੰਦਾ ਕੀ ਹੈ। ਉਸ ਅਵਸਥਾ ਸੁਣਿਆ ਜਾਂਦਾ। ਉਹ ਧੁਰ ਕੀ ਬਾਣੀ ਉਹ ਅੰਦਰੋਂ ਸੁਣੀ ਜਾਣੀ ਹੈ ਜਾ ਕੇ। ਉੱਥੇ ਤਾਂ ਪਹੁੰਚਣਾ ਆਪਾਂ, ਉੱਥੇ ਧਿਆਨ ਨੇ ਜਾਣਾ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ब्रह्म ज्ञानी अनाथ का नाथ, ब्रह्म ज्ञानी का सब ਉੱਪਰ ਹਾਥ। ਅਸੀਂ ਸੰਸਾਰੀ ਜੀਵ ਹਾਂ। ਜੇ ਕਿਸੇ ਬੱਚਿਆਂ ਦੇ ਉੱਪਰੋਂ ਕੋਈ ਮਾਂ ਪਿਓ ਦਾ ਸਾਇਆ ਉੱਠ ਜਾਂਦਾ, ਅਸੀਂ ਉਹਨੂੰ ਕਹਿ ਦਿੰਦੇ ਹਾਂ ਅਨਾਥ ਹੋ ਗਏ। ਨਹੀਂ ਭਾਈ, ਸਾਰੀ ਸ੍ਰਿਸ਼ਟੀ ਤਾਂ ਪਾਲਕ ਆ, ਉਹ ਚਾਰੇ ਖਾਣੀਆਂ ਦੀ ਪਾਲਕ ਆ। ਹੁਕਮ ਸਾਰਿਆਂ ਦੀ ਪਾਲਣਾ ਕਰਦਾ ਵਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਇਹ ਜਲਮੇ ਜਨ ਤੋਂ ਪਾਏ, ਤਿੰਨਾਂ ਵੀ ਰੋਜੀ ਦੀ। ਉਹਨਾਂ ਦੀ ਕੌਣ ਪਾਲਣਾ ਕਰਦਾ ਫਿਰ ਭਾਈ? ਅਸੀਂ ਸੰਸਾਰੀ ਜੀਵ ਹਾਂ, ਸਾਨੂੰ ਗਿਆਨ ਨਾ ਹੋਣ ਕਰਕੇ ਅਸੀਂ ਅਨਾਥ ਕਹਿ ਦਿੰਦੇ ਹਾਂ ਉਹਨੂੰ। ਨਹੀਂ, ਨਾਥ ਹੈਗਾ ਸਾਰਿਆਂ ਦਾ। ਸਾਰਿਆਂ ਦੇ ਨੱਥ ਪਾਈ ਹੋਈ ਆ ਉਹਨੇ, ਸਾਰਿਆਂ ਨੂੰ ਠਾਕ ਕੇ ਰੱਖਿਆ। ਪਿੱਛੇ ਵੀ ਆਪਾਂ ਵਿਚਾਰਿਆ ਠਾਕਰ ਹੈ, ਸਰਬ ਕਾ ਠਾਕਰ ਹੈ। ਜਦੋਂ ਸਰਬ ਕਾ ਸ੍ਰੇਸ਼ਟ ਕਾ ਠਾਕਰ ਕਰਤਾ, ਫਿਰ ਨਾਥ ਕਿਵੇਂ ਹੋ ਗਿਆ ਉਹ? ਪਰ ਸਾਡੀ ਸੰਸਾਰੀ ਬੋਲੀ ਅਸੀਂ ਕਹਿ ਦਿੰਦੇ ਹਾਂ ਕੋਈ ਨਾਥ ਨਹੀਂ, ਅਨਾਥ ਨਹੀਂ। ਇੱਥੇ ਸਾਰਿਆਂ ਦਾ ਨਾਥ ਬੈਠਾ ਹੈ ਜਿਹਨੇ ਸਾਨੂੰ ਇੱਥੇ ਭੇਜਿਆ ਵਾ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਉਹ ਨਿਰੰਕਾਰ ਸ਼ਕਤੀ ਆਪਾਂ ਪਿੱਛੇ ਵੀ ਵਿਚਾਰਿਆ ਜਪਜੀ ਸਾਹਿਬ। ਤਿੱਥੇ ਲੋ ਆਕਾਰ, ਜਿਉਂ ਹੁਕਮ ਤਿਵੇਂ ਕਾਰ, ਵੇਖੇ ਵਿਕਸੇ ਕਰੇ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਉਹ ਸੱਚਖੰਡ ਦੀ ਅਵਸਥਾ ਬਾਰੇ ਕੁਝ ਸਮਝਾਇਆ ਆਪਾਂ ਸਤਿਗੁਰਾਂ ਨੇ। ਉਹ ਵਿਚਾਰਿਆ ਜਾ ਸਕਦਾ ਵਾ। ਸਤਿਗੁਰਾਂ ਨੇ ਆਪਾਂ ਨੂੰ ਕਥਨ ਕਰਕੇ ਦੇਤਾ, ਆਪਾਂ ਤਾਂ ਵਿਚਾਰ ਹੀ ਕਰਨੀ ਹੈ। ਕਥਨ ਨਹੀਂ ਆਪਾਂ ਕਰ ਸਕਦੇ। ਕਥਨ ਤਾਂ ਸਤਿਗੁਰਾਂ ਨੇ ਆਪਾਂ ਨੂੰ ਕਰਕੇ ਦਿੱਤੀ ਹੈ। ਆਪਾਂ ਵਿਚਾਰ ਨਹੀਂ, ਇਹ 'ਚੋਂ ਗਿਆਨ ਪੈਦਾ ਉਹ ਫਿਰ ਆਪਾਂ ਨੂੰ ਸਮਝ ਆਉਣੀ ਹੈ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ। ਕੌਣ ਸੋਭਾ ਕਰਦੇ ਨੇ? ਬ੍ਰਹਮ ਦੀ, ਹੁਕਮ ਦੀ, ਕੁਦਰਤ ਦੀ, ਜਿਹਨਾਂ ਨੂੰ ਬ੍ਰਹਮ ਗਿਆਨ ਆਤਮ ਗਿਆਨ ਹੋ ਜਾਂਦਾ। ਜੋ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਸਲੋਕ 'ਚ, ਮਨ ਸਾਚਾ ਮੁਖ ਸਾਚਾ ਸੋਈ, ਅਵਰ ਨਾ ਵੇਖੀ ਇੱਕ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ। ਉਹ ਸੋਭਾ ਕਰਦੇ ਨੇ ਭਾਈ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਧਨ ਪ੍ਰਾਪਤ ਕਰੀਏ, ਨਾ ਜਿਹਦੀ ਖਾਤਰ ਆਪਾਂ ਨੂੰ ਮਨੁੱਖਾ ਦੇਹੀ ਮਿਲੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਉਹ ਗੁਰਸਿੱਖ ਬਣੀਏ, ਗੁਰੂ ਦਾ ਜਸ ਕਰੀਏ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਇੱਥੇ 8ਵੀਂ ਅਸ਼ਟਪਦੀ ਪੂਰੀ ਹੋ ਗਈ। ਅੱਗੇ ਆਪਾਂ ਜਿਵੇਂ ਕੁਦਰਤ ਮੱਤ ਬਖਸ਼ੀ, ਫਿਰ ਆਪਾਂ ਅਗਲੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।